प्यारे बच्चों, अज आपां एक नवी मात्रा बिहारी बारे पढ़ांगे। बच्चों, ये बिहारी मात्रा है। इस विचों ई दी आवाज आउंदी है। ये जिस भी अखर नाल लग जावे तां उस अखर दे नाल ई दी आवाज आउंदी है। आओ हुण वख-वख अखरां नाल बिहारी ला के उन्हां नूं बोलण दा अभ्यास करिए। सी, ही, की, खी, गी, की, ची, छी, जी, ची, टी, ठी, डी, टी, ती, थी, दी, ती, नी, पी। आओ हुण बिहारी मात्रा नाल बनने वाले शब्दां नूं पढ़न दा यतन करिए। खीर, खीर, वीर, वीर, रील, रील, नील, नील, चील, चील, पीड़, पीड़, जीप, जीप, गीत, गीत, हरी, हरी, दरी, दरी, परी, परी, नदी, नदी, हाथी, हाथी, मासी, मासी, दादी, दादी, कीड़ा, कीड़ा, पीपा, पीपा, दीवा, दीवा, नीली, नीली, पीली, पीली, कीड़ी, कीड़ी, शीशी, शीशी, सीटी, सीटी, बीबी, बीबी। प्यारे बच्चों, अज आपां या गणित दा पन्ना नंबर 68 ते दिते सवाल संख्या पट्टी ते जोड़ करांगे। बच्चों, ये है रोहित अते ये हन रोहित दे पिता जी। रोहित कोल 6 पेंसिलां हन। उसदे पिता जी ने 5 पेंसिलां होर दे दित्तियां। दसो हुण रोहित कोल किन्नियां पेंसिलां हन? चलो बच्चों गिनदे आं। रोहित कोल पहला किन्नियां पेंसिलां हन? 6। अगे पिता जी द्वारा दित्तियां पेंसिलां मिलान ते 7, 8, 9, 10 ਅਤੇ 11। रोहित कोल हुण किन्नियां पेंसिलां हो गईयां बच्चे? 11। ये तो आपां पेंसिलां नूं गिन के सवाल किया है। बच्चों आओ इस सवाल नूं एक होर तरीके नाल करदे हां। बच्चों ये है संख्या पट्टी। रोहित कोल किन्नियां पेंसिलां सन? 6। तां रोहित शाला लगांदा होया किन्ने नंबर ते पहुंच गया है? 6 ते।
ਉਸ ਦੇ ਪਿਤਾ ਜੀ ਨੇ ਕਿੰਨੀਆਂ ਹੋਰ ਪੈਨਸਿਲਾਂ ਦਿੱਤੀਆਂ? 5 5 ਪੈਨਸਿਲਾਂ ਹੋਰ ਦਿੱਤੀਆਂ। ਤਾਂ ਬੱਚੇ ਹੋਰ ਦਾ ਕੀ ਮਤਲਬ ਹੁੰਦਾ ਹੈ? ਜੋੜ। ਤਾਂ ਹੁਣ ਰੋਹਿਤ ਕੋਲ ਕਿੰਨੀਆਂ ਪੈਨਸਿਲਾਂ ਹਨ? ਇਹ ਵੇਖਣ ਲਈ ਬੱਚੇ ਰੋਹਿਤ 5 ਛਾਲਾਂ ਲਗਾਏਗਾ, ਇੱਕ ਇੱਕ ਦੀਆਂ 5 ਛਾਲਾਂ। ਬੱਚੇ ਰੋਹਿਤ ਹੁਣ ਪਹਿਲੀ ਛਾਲ ਲਗਾਉਂਦਾ ਹੈ ਅਤੇ ਕਿੰਨੇ ਨੰਬਰ ਤੇ ਪਹੁੰਚ ਜਾਂਦਾ ਹੈ? 7 ਨੰਬਰ ਤੇ। ਰੋਹਿਤ ਦੂਜੀ ਛਾਲ ਲਗਾਉਂਦਾ ਹੈ ਅਤੇ ਕਿੰਨੇ ਨੰਬਰ ਤੇ ਪਹੁੰਚ ਗਿਆ? 8 ਨੰਬਰ ਤੇ। ਰੋਹਿਤ ਹੁਣ ਤੀਜੀ ਛਾਲ ਲਗਾਉਂਦਾ ਹੈ ਅਤੇ ਕਿੰਨੇ ਨੰਬਰ ਤੇ ਪਹੁੰਚ ਗਿਆ? 9 ਨੰਬਰ ਤੇ। ਰੋਹਿਤ ਹੁਣ ਚੌਥੀ ਛਾਲ ਲਗਾਉਂਦਾ ਹੈ ਅਤੇ ਕਿੰਨੇ ਨੰਬਰ ਤੇ ਪਹੁੰਚ ਜਾਂਦਾ ਹੈ? 10 ਨੰਬਰ ਤੇ। ਰੋਹਿਤ ਹੁਣ ਪੰਜਵੀਂ ਛਾਲ ਲਗਾਉਂਦਾ ਹੈ ਅਤੇ ਕਿੰਨੇ ਨੰਬਰ ਤੇ ਪਹੁੰਚ ਜਾਂਦਾ ਹੈ? 11 ਨੰਬਰ ਤੇ। ਤਾਂ ਇਸ ਦਾ ਮਤਲਬ ਹੁਣ ਕੀ ਹੈ ਬੱਚੇ? ਰੋਹਿਤ ਕੋਲ 6 ਪੈਨਸਿਲਾਂ ਵਿੱਚ 5 ਪੈਨਸਿਲਾਂ ਹੋਰ ਆ ਜਾਣ ਤੇ ਕਿੰਨੀਆਂ ਪੈਨਸਿਲਾਂ ਬਣ ਜਾਂਦੀਆਂ ਹਨ? 11। ਤਾਂ ਹੁਣ ਆਪਾਂ ਕੀ ਸਿੱਖਿਆ? 6 ਅੰਕਾਂ ਵਿੱਚ 5 ਅੰਕ ਜੋੜਨ ਤੇ ਕਿੰਨੀ ਸੰਖਿਆ ਬਣਦੀ ਹੈ? 11। ਹੁਣ ਆਪਾਂ ਸਵਾਲ ਨੰਬਰ 2 ਕਰਦੇ ਹਾਂ। ਬੱਚਿਓ ਇਹ ਹੈ ਦੀਪਿਕਾ। ਦੀਪਿਕਾ ਦੀਆਂ 8 ਕਿਤਾਬਾਂ ਮੇਜ਼ ਤੇ ਪਈਆਂ ਹਨ। 4 ਕਿਤਾਬਾਂ ਉਸ ਦੇ ਸਕੂਲ ਬੈਗ ਵਿੱਚ ਹਨ। ਦੱਸੋ ਦੀਪਿਕਾ ਕੋਲ ਕਿੰਨੀਆਂ ਕਿਤਾਬਾਂ ਹੋਈਆਂ? ਚਲੋ ਬੱਚੋ ਗਿਣਦੇ ਹਾਂ। ਦੀਪਿਕਾ ਕੋਲ ਕਿੰਨੀਆਂ ਕਿਤਾਬਾਂ ਮੇਜ਼ ਤੇ ਪਈਆਂ ਹਨ? 8। ਅੱਗੇ ਇੱਕ ਕਿਤਾਬ ਬੈਗ ਵਿੱਚੋਂ ਨਿਕਾਲਣ ਤੇ ਕਿੰਨੀਆਂ ਹੋ ਗਈਆਂ? 9। ਹੁਣ 10। ਅੱਗੇ 11। ਬੈਗ ਵਿੱਚੋਂ ਚੌਥੀ ਕਿਤਾਬ ਨਿਕਾਲਣ ਤੇ ਹੁਣ ਕਿੰਨੀਆਂ ਕਿਤਾਬਾਂ ਹੋ ਗਈਆਂ? 12। ਤਾਂ ਬੱਚੋ ਦੀਪਿਕਾ ਕੋਲ ਕਿੰਨੀਆਂ ਕਿਤਾਬਾਂ ਹੋ ਗਈਆਂ? 12। ਇਹ ਆਪਾਂ ਕਿਤਾਬਾਂ ਨੂੰ ਗਿਣਿਆ ਹੈ। ਚਲੋ ਬੱਚੋ ਇਸ ਨੂੰ ਹੁਣ ਸੰਖਿਆ ਪੱਟੀ ਤੇ ਵੀ ਕਰਦੇ ਹਾਂ। ਬੱਚੋ ਇਹ ਕੀ ਹੈ? ਆਪਣੀ ਸੰਖਿਆ ਪੱਟੀ। ਦੀਪਿਕਾ ਕੋਲ ਕਿੰਨੀਆਂ ਕਿਤਾਬਾਂ ਮੇਜ਼ ਤੇ ਸਨ? 8 ਕਿਤਾਬਾਂ। ਤਾਂ ਦੀਪਿਕਾ ਛਲਾਂਗ ਲਗਾਉਂਦੀ ਹੋਈ ਕਿੱਥੇ ਪਹੁੰਚ ਜਾਂਦੀ ਹੈ? 8 ਤੇ। ਉਸ ਕੋਲ ਮੇਜ਼ ਤੇ ਹੋਰ ਕਿੰਨੀਆਂ ਕਿਤਾਬਾਂ ਪਈਆਂ ਹਨ? 4 ਕਿਤਾਬਾਂ ਹੋਰ ਪਈਆਂ ਹਨ। ਤਾਂ ਇਸ ਦਾ ਕੀ ਮਤਲਬ ਹੈ? ਦੀਪਿਕਾ ਨੂੰ 4 ਛਾਲਾਂ ਹੋਰ ਲਗਾਉਣੀਆਂ ਪੈਣਗੀਆਂ। ਤਾਂ ਵੇਖਦੇ ਹਾਂ ਫਿਰ 4 ਛਾਲਾਂ ਲਗਾ ਕੇ ਦੀਪਿਕਾ ਕਿੱਥੇ ਪਹੁੰਚਦੀ ਹੈ? ਪਹਿਲੀ ਛਾਲ ਲਗਾਉਣ ਤੇ ਦੀਪਿਕਾ ਹੁਣ ਕਿੱਥੇ ਪਹੁੰਚ ਜਾਂਦੀ ਹੈ? 9 ਤੇ। ਦੂਸਰੀ ਛਾਲ ਲਗਾਉਣ ਤੇ ਹੁਣ ਦੀਪਿਕਾ ਕਿੱਥੇ ਪਹੁੰਚ ਜਾਂਦੀ ਹੈ? 10 ਤੇ। ਤੀਸਰੀ ਛਾਲ ਲਗਾਉਣ ਤੇ ਦੀਪਿਕਾ ਕਿੱਥੇ ਪਹੁੰਚ ਜਾਂਦੀ ਹੈ? 11 ਤੇ। ਅਤੇ ਚੌਥੀ ਛਾਲ ਲਗਾਉਣ ਤੇ ਦੀਪਿਕਾ ਕਿੱਥੇ ਪਹੁੰਚ ਜਾਂਦੀ ਹੈ? 12 ਤੇ। ਤਾਂ ਇਸ ਦਾ ਕੀ ਮਤਲਬ ਹੈ ਬੱਚਿਓ? ਕਿ 8 ਕਿਤਾਬਾਂ ਵਿੱਚ 4 ਕਿਤਾਬਾਂ ਹੋਰ ਆ ਜਾਣ ਤੇ ਦੀਪਿਕਾ ਕੋਲ ਕੁੱਲ ਕਿੰਨੀਆਂ ਕਿਤਾਬਾਂ ਹੋ ਗਈਆਂ ਹਨ? 12। ਤਾਂ ਬੱਚਿਓ ਆਪਾਂ ਕੀ ਸਿੱਖਿਆ? 8 ਅੰਕ ਵਿੱਚ 4 ਅੰਕ ਮਿਲਾ ਦੇਣ ਤੇ ਸੰਖਿਆ ਕਿੰਨੀ ਬਣ ਜਾਂਦੀ ਹੈ? 12। ਹੁਣ ਵਾਰੀ ਹੈ ਘਰ ਦੇ ਕੰਮ ਦੀ। ਬੱਚਿਓ ਤੁਸੀਂ ਵੀ ਘਰ ਤੋਂ ਪੇਜ ਨੰਬਰ 68 ਤੇ ਦਿੱਤੇ ਪਹਿਲੇ 2 ਸਵਾਲ ਕਰਨੇ ਹਨ। Good morning, children. Welcome to your English class. Class 1. Today we'll start with lesson number 6. Colors. So, what are we waiting for? Let's be familiar with colors. Children, look here. Red. Red. Red.
Repeat after me. Yes, red. Great. Green. 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 Yes, green. Blue. It is blue color. Look, blue. Good. I hope everyone is chanting blue. Very good. Yellow. 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 Yes, yellow. Very good. You got it. Yellow. Purple. Children, it is purple. Yes, the color is purple. Purple. Great. Orange. 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 Yes, children, chant. Orange. Good. Black. Black. Yes, repeat. Black. Good. Black. White. Yes, it is white color. White. Good. Repeat, children. White. Very good. Let's revise our colors. Red. Green. Blue. Yellow. Orange. Black. Purple. White. Great. That's all for today. And now it's time for your homework. And your homework is very interesting. You will take your crayons, scribble it on the paper, and see which color it gives. Practice colors. I meet you again. Till then, keep learning. Bye-bye. ਪਿਆਰੇ ਵਿਦਿਆਰਥੀਓ, ਸਤਿ ਸ਼੍ਰੀ ਅਕਾਲ। ਅਸੀਂ ਕਰ ਰਹੇ ਹਾਂ ਪਾਠ 2 ਜਾਗੋ ਜਾਗੋ ਹੋਇਆ ਸਵੇਰਾ ਦਾ ਪਾਠ ਅਭਿਆਸ। ਅੱਜ ਅਸੀਂ ਪ੍ਰਸ਼ਨ 5 ਸੁੰਦਰ ਕਰਕੇ ਲਿਖੋ ਕਰਾਂਗੇ। ਸੁੰਦਰ ਲਿਖਾਈ ਲਿਖਣਾ ਇੱਕ ਕਲਾ ਹੈ। ਸੁੰਦਰ ਲਿਖਾਈ ਤੋਂ ਵਿਅਕਤੀ ਦੀ ਸ਼ਖਸੀਅਤ ਦਾ ਪਤਾ ਲੱਗ ਜਾਂਦਾ ਹੈ। ਕਈ ਵਿਦਿਆਰਥੀ ਤਾਂ ਲਿਖਾਈ ਨੂੰ ਮੋਤੀਆਂ ਵਾਂਗ ਸਜਾ ਦਿੰਦੇ ਹਨ। ਉਹਨਾਂ ਦੀ ਲਿਖਾਈ ਮੋਤੀਆਂ ਵਰਗੀ ਸੁੰਦਰ ਹੁੰਦੀ ਹੈ ਅਤੇ ਕਈ ਵਿਦਿਆਰਥੀ ਨਾ ਘਬਰਾਉਣ ਦੀ ਲੋੜ ਨਹੀਂ ਹੈ। ਪਿਆਰੇ ਬੱਚਿਓ, ਅਭਿਆਸ ਨਾਲ ਅਸੀਂ ਵੀ ਆਪਣੀ ਲਿਖਾਈ ਨੂੰ ਬਹੁਤ ਹੀ ਸੁੰਦਰ ਮੋਤੀਆਂ ਵਰਗੀ ਬਣਾ ਸਕਦੇ ਹਾਂ। ਕਰਤ ਕਰਤ ਅਭਿਆਸ ਕੇ ਚਿਕਨੇ ਚਿਕਨੇ ਪਾਤ ਦੀ ਕਹਾਵਤ ਅਨੁਸਾਰ ਜੇਕਰ ਅਸੀਂ ਵੀ ਲਿਖਾਈ ਨੂੰ ਵਾਰ-ਵਾਰ ਲਿਖਣ ਦਾ ਅਭਿਆਸ ਕਰਾਂਗੇ, ਅਸੀਂ ਵੀ ਸੁੰਦਰ ਲਿਖਾਈ ਲਿਖਣ ਵਿੱਚ ਨਿਪੁੰਨ ਹੋ ਜਾਵਾਂਗੇ।
ਅੱਖਰਾਂ ਦੀ ਬਣਤਰ ਸਾਡੇ ਦਿਮਾਗ ਵਿੱਚ ਬੈਠ ਜਾਵੇਗੀ। ਫਿਰ ਆਓ ਅਸੀਂ ਸੁੰਦਰ ਲਿਖਾਈ ਲਿਖਣ ਦਾ ਅਭਿਆਸ ਕਰੀਏ। ਪਿਆਰੇ ਵਿਦਿਆਰਥੀਓ, ਹਰ ਅੱਖਰ ਦੀ ਮਾਤਰਾ ਦੀ ਬਣਤਰ, ਗੁਲਾਈਆਂ ਅਤੇ ਨੋਬਾਂ ਨੂੰ ਧਿਆਨ ਨਾਲ ਦੇਖ ਕੇ ਲਿਖਣਾ ਹੈ। ਅੱਖਰ ਤੋਂ ਅੱਖਰ ਅਤੇ ਸ਼ਬਦ ਤੋਂ ਸ਼ਬਦ ਵਿਚਕਾਰ ਦੂਰੀ ਦਾ ਧਿਆਨ ਰੱਖਣਾ ਹੈ। ਇਸ ਦੇ ਨਾਲ ਹੀ ਅਸੀਂ ਵਿਸ਼ਰਾਮ ਚਿੰਨ੍ਹਾਂ ਦੀ ਸਥਿਤੀ ਅਤੇ ਬਣਤਰ ਦਾ ਵੀ ਧਿਆਨ ਰੱਖਣਾ ਹੈ। ਲਾਂ, ਦੁਲਾਂ, ਸਿਹਾਰੀ, ਵਿਹਾਰੀ, ਹੋੜਾ, ਘਨੌੜਾ ਅਤੇ ਲਗਾਖਰ ਜਿਵੇਂ ਟਿੱਪੀ ਅਦਕ ਅੱਖਰ ਦੇ ਉੱਪਰਲੇ ਹਿੱਸੇ ਨਾਲ ਜੁੜਦੇ ਨਹੀਂ ਹਨ। ਔਂਕੜ ਅਤੇ ਦੁਲੈਂਕੜ ਨੂੰ ਲਿਖਦੇ ਸਮੇਂ ਹਲਕੀ ਗੁਲਾਈ ਦਿੱਤੀ ਜਾਵੇ। ਇਹਨਾਂ ਦੀ ਚੌੜਾਈ ਅੱਖਰ ਦੀ ਚੌੜਾਈ ਦੇ ਬਰਾਬਰ ਰੱਖੀ ਜਾਵੇ। ਜਾਗੋ, ਹੁਣ ਸੌ ਲਿਆ ਬਥੇਰਾ, ਜਾਗੋ ਜਾਗੋ ਹੋਇਆ ਸਵੇਰਾ। ਜਾਗੋ, ਹੁਣ ਸੌ ਲਿਆ ਬਥੇਰਾ, ਜਾਗੋ ਜਾਗੋ ਹੋਇਆ ਸਵੇਰਾ। ਪਿਆਰੇ ਵਿਦਿਆਰਥੀਓ, ਹੁਣ ਵਾਰੀ ਹੈ ਘਰ ਦੇ ਕੰਮ ਦੀ। ਤੁਹਾਡੀ ਪਾਠ ਪੁਸਤਕ ਉੱਪਰ 44 ਨੰਬਰ ਪੰਨੇ ਉੱਪਰ ਦਿੱਤੇ ਪ੍ਰਸ਼ਨ 5 ਸੁੰਦਰ ਕਰਕੇ ਲੇਖਣ ਨੂੰ ਤੁਸੀਂ ਆਪਣੀ ਕਿਤਾਬ ਉੱਪਰ ਅਤੇ ਕਾਪੀ ਉੱਪਰ ਸੁੰਦਰ ਲਿਖਾਈ ਵਿੱਚ ਬਾਰ-ਬਾਰ ਲਿਖਣ ਦਾ ਅਭਿਆਸ ਕਰਨਾ ਹੈ। जमात दूसरी विषय गणित पेज नंबर 76। ਬੱਚਿਓ, ਸਭ ਤੋਂ ਪਹਿਲਾ ਸਵਾਲ ਹੈ ਗਿਣੋ ਅਤੇ ਲਿਖੋ। ਬੱਚਿਓ, ਤੁਸੀਂ ਇਕਾਈਆਂ ਅਤੇ ਦਹਾਈਆਂ ਬਾਰੇ ਸਮਝ ਚੁੱਕੇ ਹੋ। ਬੱਚਿਓ, ਇੱਕ ਮਾਲਾ ਇੱਕ ਦਹਾਈ ਦੇ ਬਰਾਬਰ ਹੈ ਅਤੇ ਦੋ ਮਾਲਾ ਦੋ ਦਹਾਈਆਂ ਦੇ ਬਰਾਬਰ ਹਨ। ਦੋ ਦਹਾਈਆਂ ਮਤਲਬ 20 ਅਤੇ ਖੁੱਲੇ ਮੋਤੀ ਇਕਾਈ ਦੇ ਬਰਾਬਰ ਹਨ। ਤਿੰਨ ਇਕਾਈਆਂ ਮਤਲਬ 3, 20 ਜਮਾ 3 23। ਤਾਂ ਬੱਚਿਓ, ਇਸ ਦਾ ਉੱਤਰ ਹੈ 23। ਉੱਦਾਂ ਹੀ ਬੱਚਿਓ, ਅੰਗੂਰਾਂ ਦਾ ਇੱਕ ਗੁੱਛਾ ਇੱਕ ਦਹਾਈ ਦੇ ਬਰਾਬਰ ਹੈ ਅਤੇ ਤਿੰਨ ਗੁੱਛੇ 3 ਦਹਾਈਆਂ ਦੇ ਬਰਾਬਰ ਹਨ। 3 ਦਹਾਈਆਂ ਮਤਲਬ 30 ਅਤੇ ਜੋ ਅੰਗੂਰ ਗੁੱਛਿਆਂ ਤੋਂ ਵੱਖਰੇ ਹਨ ਉਹ ਇਕਾਈ ਦੇ ਬਰਾਬਰ ਹਨ। 5 ਅੰਗੂਰ ਮਤਲਬ 5 ਇਕਾਈਆਂ। 30 ਜਮਾ 5 35। ਤਾਂ ਇਸ ਦਾ ਉੱਤਰ ਹੈ ਬੱਚਿਓ 35। ਸਵਾਲ ਨੰਬਰ 2, ਅੱਗੇ ਵੱਲ ਗਿਣਦੇ ਹੋਏ ਜੋੜੋ। ਇਸ ਵਿੱਚ ਬੱਚਿਓ ਸਾਨੂੰ 3 ਸਵਾਲ ਦਿੱਤੇ ਹਨ। ਪਹਿਲਾ ਸਵਾਲ ਹੈ 16 ਜਮਾ 4। ਸਭ ਤੋਂ ਪਹਿਲਾਂ ਦਿੱਤਾ ਹੈ ਬੱਚਿਓ ਸਾਨੂੰ 16। ਆਓ ਦੇਖੀਏ ਅਸੀਂ ਕਿੰਨੇ ਕਦਮ ਅੱਗੇ ਵਧਣਾ ਹੈ। ਅਸੀਂ 4 ਕਦਮ ਅੱਗੇ ਵਧਣਾ ਹੈ। 1 2 3 4। ਤਾਂ ਬੱਚਿਓ ਸਾਡੇ ਕੋਲ ਕਿੰਨਾ ਆ ਗਿਆ 20। ਤਾਂ 16 ਜਮਾ 4 20। ਅਗਲਾ ਸਵਾਲ ਹੈ 23 ਜਮਾ 5। ਬੱਚਿਓ ਸਾਨੂੰ 23 ਦਿੱਤਾ ਹੋਇਆ ਹੈ। ਅਸੀਂ ਕਿੰਨੇ ਕਦਮ ਅੱਗੇ ਵਧਣਾ ਹੈ 5 ਕਦਮ। 1 2 3 4 5। ਤਾਂ ਬੱਚਿਓ ਸਾਡੇ ਕੋਲ ਆ ਗਿਆ 28। 23 ਜਮਾ 5 28। ਅਗਲਾ ਸਵਾਲ ਹੈ 33 ਜਮਾ 6। ਸਾਨੂੰ 33 ਦਿੱਤਾ ਹੋਇਆ ਹੈ। ਅਸੀਂ 6 ਕਦਮ ਅੱਗੇ ਵਧਣਾ ਹੈ। 1 2 3 4 5 6। ਤਾਂ ਬੱਚਿਓ ਇਹ ਕਿੰਨਾ ਆ ਗਿਆ 39। 33 ਜਮਾ 6 39। ਤੀਸਰਾ ਸਵਾਲ ਹੈ ਜੋੜੋ। ਇਸ ਵਿੱਚ ਤੁਹਾਨੂੰ
ਵੱਖ-ਵੱਖ ਸੰਖਿਆਵਾਂ ਦਿੱਤੀਆਂ ਹਨ ਜਿਨ੍ਹਾਂ ਦਾ ਜੋੜ ਕਰਨਾ ਹੈ। ਪਹਿਲਾ ਸਵਾਲ ਹੈ 30 ਜਮਾ 8। ਬੱਚਿਓ, ਜਦੋਂ ਅਸੀਂ 0 ਦੇ ਵਿੱਚ ਕੋਈ ਸੰਖਿਆ ਨੂੰ ਜੋੜਦੇ ਹਾਂ ਤਾਂ ਸਾਨੂੰ ਉਹੀ ਸੰਖਿਆ ਪ੍ਰਾਪਤ ਹੁੰਦੀ ਹੈ। ਤਾਂ 0 ਵਿੱਚ 8 ਜੋੜੇ 8। ਬੱਚਿਓ, 3 ਦੇ ਥੱਲੇ ਕੋਈ ਵੀ ਸੰਖਿਆ ਨਹੀਂ ਹੈ ਤਾਂ 3 ਨੂੰ ਅਸੀਂ ਉਸੇ ਤਰ੍ਹਾਂ ਲਿਖ ਲੈਂਦੇ ਹਾਂ। ਤਾਂ 30 ਜਮਾ 8 38। ਅਗਲਾ ਸਵਾਲ ਹੈ 40 ਜਮਾ 7। 0 ਦੇ ਵਿੱਚ 7 ਜੋੜੇ 7 ਅਤੇ 4 ਦੇ ਥੱਲੇ ਕੋਈ ਵੀ ਸੰਖਿਆ ਨਹੀਂ ਹੈ। 4 ਨੂੰ ਅਸੀਂ ਉਸੇ ਤਰ੍ਹਾਂ ਲਿਖ ਲੈਣਾ ਹੈ। ਤਾਂ ਬੱਚਿਓ 40 ਜਮਾ 7 47। ਅਗਲਾ ਸਵਾਲ ਹੈ 80 ਜਮਾ 9। ਬੱਚਿਓ, 0 ਦੇ ਵਿੱਚ 9 ਜੋੜੇ ਹਾਂਜੀ 9। 8 ਦੇ ਥੱਲੇ ਕੋਈ ਵੀ ਸੰਖਿਆ ਨਹੀਂ ਹੈ ਤਾਂ 8 ਨੂੰ ਅਸੀਂ ਉਦਾਂ ਹੀ ਲਿਖ ਲੈਣਾ ਹੈ। ਤਾਂ ਬੱਚਿਓ 80 ਜਮਾ 9 99। ਬੱਚਿਓ, ਹੁਣ ਵਾਰੀ ਹੈ ਪੈਸ ਨਾਲ ਸੰਬੰਧਿਤ ਪ੍ਰਸ਼ਨ ਦੀ। ਉਹ ਮਾਲਾ ਲੱਭੋ ਜਿਨ੍ਹਾਂ ਦੇ ਮੋਤੀਆਂ ਦੀ ਸੰਖਿਆ 27 ਹੈ। ਬੱਚਿਓ, ਤੁਸੀਂ ਇਕਾਈ ਅਤੇ ਦਹਾਈ ਬਾਰੇ ਜਾਣਦੇ ਹੋ। ਇਕਾਈ ਅਤੇ ਦਹਾਈ ਦੀ ਮਦਦ ਦੇ ਨਾਲ ਅਸੀਂ ਇਹਨਾਂ 4 ਉੱਤਰਾਂ ਦੇ ਵਿੱਚੋਂ ਸਹੀ ਉੱਤਰ ਲੱਭਣਾ ਹੈ। ਊੜੇ ਵਿੱਚ ਹੈ 2 ਮਾਲਾ ਮਤਲਬ 2 ਦਹਾਈਆਂ। ਤਾਂ ਬੱਚਿਓ 2 ਦਹਾਈਆਂ ਹੋ ਗਿਆ 20 ਅਤੇ ਖੁੱਲੇ ਮੋਤੀ 3 ਹਨ ਤਾਂ 3 ਇਕਾਈਆਂ 20 ਅਤੇ 3 23। ਐੜੇ ਭਾਗ ਵਿੱਚ ਹੈ 2 ਮਾਲਾ ਮਤਲਬ 2 ਦਹਾਈਆਂ। 2 ਦਹਾਈਆਂ ਬਰਾਬਰ ਹਨ 20 ਦੇ ਅਤੇ ਖੁੱਲੇ 7 ਮੋਤੀ ਮਤਲਬ 7 ਇਕਾਈਆਂ 20 ਅਤੇ 7 27। ਈੜੇ ਭਾਗ ਵਿੱਚ ਹੈ 3 ਮਾਲਾ। 3 ਮਾਲਾ ਬਰਾਬਰ ਹਨ 3 ਦਹਾਈਆਂ ਦੇ ਅਤੇ 3 ਦਹਾਈਆਂ ਬਰਾਬਰ ਹਨ 30 ਦੇ। ਸੱਸੇ ਭਾਗ ਵਿੱਚ ਹੈ 2 ਮਾਲਾ ਅਤੇ 2 ਮਾਲਾ ਬਰਾਬਰ ਹਨ 2 ਦਹਾਈਆਂ ਦੇ ਤੇ 2 ਦਹਾਈਆਂ ਬਰਾਬਰ ਹਨ 20 ਦੇ ਅਤੇ ਖੁੱਲੇ 4 ਮੋਤੀ। 4 ਮੋਤੀ ਬਰਾਬਰ ਹਨ 4 ਇਕਾਈਆਂ ਦੇ ਅਤੇ 4 ਇਕਾਈਆਂ ਬਰਾਬਰ ਹਨ 4 ਦੇ। 20 ਅਤੇ 4 24। ਤਾਂ ਬੱਚਿਓ, ਹੁਣ ਦੱਸੋ ਇਹਨਾਂ ਵਿੱਚੋਂ ਸਹੀ ਉੱਤਰ ਕਿਹੜਾ ਹੈ? ਹਾਂਜੀ, ਸ਼ਾਬਾਸ਼, ਸਹੀ ਉੱਤਰ ਹੈ ਐੜਾ, ਕਿਉਂਕਿ ਇਸ ਵਿੱਚ ਦੋ ਮਾਲਾ ਹਨ ਮਤਲਬ 2 ਦਹਾਈਆਂ ਅਤੇ 7 ਖੁੱਲੇ ਮੋਤੀ ਹਨ ਮਤਲਬ 7 ਇਕਾਈਆਂ 20 ਅਤੇ 7 27। ਇਸ ਲਈ ਬੱਚਿਓ ਸਹੀ ਉੱਤਰ ਹੈ ਐੜਾ। Hello dear children, we have learned to read words having vowel sound A, E and I. So now read the word written on the board. Ma'am, it is pen. Yes, you are right. It is pen with which we write. Now let the magic happen. E goes and I comes and the new word becomes pin. Look, this is a pin. The word is changed. Children, today we will compare the words with vowel sound A, E and I. The first pair is here. Let's read the first word. Bag, bag. I keep my books in my bag. Let's read the second word of this pair. A goes and I comes. The word becomes big. Children, watermelon is a big fruit. Let's move to the second pair. The first word is tap. Okay? And the second word is tip. The tip of this pencil is very sharp. Now this is our next pair. The first word is hat. The boy is wearing a hat. And the second word is hit. The boy is hitting the ball.
Let's move to the next pair. Yes, the first word is fan. F-an, fan. And the second word is in fin. A fish has fins. Let's move to the next pair. The first word is race. Children, let's run a race. And the second word is rice. Now, this is our next pair. The first word is pet. This is my pet. And the second word is pit. Pit. This is our next pair. The first word is set. I have a set of alphabet cards. And the second word is sit. The boy sitting on a bench. Let's move to the next pair. The first word is peg. And the second word is pig. Here is our next pair. The first word is bell. The second word is bill. Bill. The shopkeeper gave me a bill. Now it's time for homework. Note down these pair of words in your notebooks. जमात तीजी विशा पंजाबी पाठ 10 आले पोले। बच्चों ਆਪਾਂ ਪਾਠ 10 ਆਲੇ ਪੋਲੇ ਜੋ ਕਿ ਕਵਿਤਾ ਹੈ ਨੂੰ ਪੜ ਲਿਆ ਹੈ। ਅੱਜ ਆਪਾਂ ਇਸ ਦੇ ਅਗਲੇ ਅਭਿਆਸ ਪ੍ਰਸ਼ਨ ਨੂੰ ਕਰਦੇ ਹਾਂ। ਪਿਆਰੇ ਬੱਚਿਓ ਪਾਠ ਪੁਸਤਕ ਦੇ ਪੰਨਾ ਨੰਬਰ 53 ਦੇ ਉੱਪਰ ਅਭਿਆਸ ਪ੍ਰਸ਼ਨ 6 ਦੱਸੇ ਅਨੁਸਾਰ ਸ਼ਬਦਾਂ ਨੂੰ ਮਿਲਾਓ। ਆਓ ਆਪਾਂ ਇਸ ਪ੍ਰਸ਼ਨ ਨੂੰ ਕਰਦੇ ਹਾਂ। ਬੱਚਿਓ ਇਹ ਪ੍ਰਸ਼ਨ ਕੁਝ ਇਸ ਤਰ੍ਹਾਂ ਦਿਖਾਈ ਦਿੰਦਾ ਹੈ। ਇੱਕ ਪਾਸੇ ਕੁਝ ਸ਼ਬਦ ਲਿਖੇ ਹਨ ਤੇ ਦੂਜੇ ਪਾਸੇ ਵੀ ਕੁਝ ਸ਼ਬਦ ਲਿਖੇ ਹਨ। ਆਪਾਂ ਇਸ ਪਾਸੇ ਵਾਲੇ ਸ਼ਬਦਾਂ ਨੂੰ ਇਸ ਪਾਸੇ ਦਿੱਤੇ ਹੋਏ ਸ਼ਬਦਾਂ ਦੇ ਵਿੱਚ ਸਮਾਨ ਅਰਥ ਨਾਲ ਲੱਭ ਕੇ ਮਿਲਾਨ ਕਰਨਾ ਹੈ। ਬੱਚਿਓ ਪਹਿਲਾ ਸ਼ਬਦ ਹੈ ਅੰਬਰ। ਬੱਚਿਓ ਆਪਾਂ ਕਵਿਤਾ ਵਿੱਚ ਪੜਿਆ ਸੀ ਆਲੇ ਭੋਲੇ ਘੁੱਗੂ ਘੋੜੇ ਗਾਲੜ ਤੋਤੇ ਚਿੜੀਆਂ ਕਾਂ ਨੀਲਾ ਅੰਬਰ। अंबर देखो बच्चों चित्र विच आपां दिखाई दे रहा है नीला अंबर। बच्चों इस तस्वीर नूं देखो। इस तस्वीर विच बच्चे ऊपर वाल देख रहे हैं। देखो बदल चंद्रमा तारे। बच्चों ये आपां नूं कित्थे दिखाई दिंदे हन? हाँ जी शाबाश आकाश विच। बच्चों आपां ने अंबर नूं आकाश नाल मिला देना है। बच्चों अगला शब्द है गरां। बच्चों इन्हां तस्वीरां नूं देखो। ਇਹ ਤਸਵੀਰਾਂ ਆਪਾਂ ਨੂੰ ਕੀ ਦੱਸ ਰਹੀਆਂ ਹਨ? ਹਾਂਜੀ ਦੱਸੋ ਸ਼ਾਬਾਸ਼। ਇਹ ਤਸਵੀਰਾਂ ਇੱਕ ਪਿੰਡ ਦੀਆਂ ਹਨ। ਤਾਂ ਬੱਚਿਓ ਗਰਾਂ ਦਾ ਅਰਥ ਹੈ ਪਿੰਡ। ਤਾਂ ਆਪਾਂ ਨੇ ਗਰਾਂ ਸ਼ਬਦ ਨੂੰ ਪਿੰਡ ਨਾਲ ਮਿਲਾ ਦੇਣਾ ਹੈ। ਬੱਚਿਓ ਅਗਲਾ ਸ਼ਬਦ है सब। बच्चों देखो राहुल कल्ला है फिर इसने अपने दोस्तां नूं आवाज लगाई ताकि सारे दोस्त इस दे कोल आ गए। तां बच्चों सब दा अर्थ है सारे। देखो ये सब दोस्त यानी कि सारे दोस्त इकट्ठे हो गए हन। बच्चों सब नूं आपां सारे शब्द नाल मिला देना है। बच्चों अगला शब्द है रब। बच्चों ये सब सारे बच्चे इकट्ठे होके हाथ जोड़ के अखा बंद करके की कर रहे हैं? शाबाश प्रार्थना। ता बच्चों ये प्रार्थना आपां किस अगे करदे हां? हाँ जी रब अगे परमात्मा अगे। बच्चों रब नूं आपां परमात्मा नाल मिला देना है। बच्चों ये सारे बच्चे देखो अलग अलग थां ते खड़े हैं। इसकी जगह यह है
ਇਸ ਦੀ ਜਗ੍ਹਾ ਇਹ ਹੈ। ਇਹ ਸਾਰੇ ਆਪਣੀ ਆਪਣੀ ਥਾਂ ਯਾਨੀ ਕਿ ਜਗ੍ਹਾ ਤੇ ਖੜੇ ਹਨ। ਤਾਂ ਆਪਣਾ ਅਗਲਾ ਸ਼ਬਦ ਹੈ ਬੱਚਿਓ, ਥਾਂ ਨੂੰ ਆਪਾਂ ਜਗ੍ਹਾ ਨਾਲ ਮਿਲਾ ਦੇਣਾ ਹੈ। ਬੱਚਿਓ, ਘਰ ਦਾ ਕੰਮ ਹੈ। ਸਾਰੇ ਕੰਮ ਨੂੰ ਸੋਹਣਾ ਅਤੇ ਸਾਫ਼-ਸਾਫ਼ ਕਾਪੀ ਵਿੱਚ ਲਿਖੋ। ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ, ਅੱਜ ਅਸੀਂ ਖੇਡ ਦੇ ਵਿੱਚ ਕਰੰਸੀ ਨੋਟਾਂ ਦੀ ਮਦਦ ਦੇ ਨਾਲ 10 ਦੇ ਗੁਣਜ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਪਿਆਰੇ ਬੱਚਿਓ, ਮੇਰੇ ਕੋਲ ਹਨ ਇੱਥੇ 10 ਰੁਪਏ ਬਰਾਬਰ ਹੈ 10। ਇਸ ਦਾ ਭਾਵ ਹੈ 1 ਵਾਰੀ 10 ਤੇ ਅਸੀਂ ਇਸ ਨੂੰ ਕਿਵੇਂ ਲਿਖਦੇ ਹਾਂ? 1 ਗੁਣਾ 10 ਬਰਾਬਰ ਹੈ 10। ਤੇ ਬੱਚਿਓ, ਹੁਣ ਸਾਡੇ ਕੋਲ ਹਨ 10 ਦੇ 2 ਨੋਟ ਭਾਵ 20 ਰੁਪਏ ਤੇ ਇਸ ਨੂੰ ਅਸੀਂ ਲਿਖਦੇ ਹਾਂ 2 ਗੁਣਾ 10 ਬਰਾਬਰ ਹੈ 20। ਤੇ ਬੱਚਿਓ, ਹੁਣ ਸਾਡੇ ਕੋਲ ਹਨ 10 ਦੇ 3 ਨੋਟ ਭਾਵ 30 ਰੁਪਏ ਤੇ ਇਸ ਨੂੰ ਅਸੀਂ ਕਿਵੇਂ ਲਿਖਦੇ ਹਾਂ? 3 ਗੁਣਾ 10 ਬਰਾਬਰ ਹੈ 30। ਤੇ ਹੁਣ ਬੱਚਿਓ, ਸਾਡੇ ਕੋਲ ਹਨ 10 ਦੇ 4 ਨੋਟ ਭਾਵ 40 ਰੁਪਏ ਅਤੇ ਇਸ ਨੂੰ ਅਸੀਂ ਇਸ ਤਰ੍ਹਾਂ ਲਿਖਦੇ ਹਾਂ 4 ਗੁਣਾ 10 ਬਰਾਬਰ ਹੈ 40। ਤੇ ਬੱਚਿਓ, ਇੱਥੇ ਹੁਣ ਸਾਡੇ ਕੋਲ ਹਨ 10 ਦੇ 5 ਨੋਟ ਭਾਵ 50 ਰੁਪਏ ਤੇ 5 ਵਾਰ 10 ਇਸ ਨੂੰ ਅਸੀਂ ਕਿਸ ਤਰ੍ਹਾਂ ਲਿਖਦੇ ਹਾਂ? 5 ਗੁਣਾ 10 ਬਰਾਬਰ ਹੈ 50। ਤੇ ਬੱਚਿਓ, ਹੁਣ ਸਾਡੇ ਕੋਲ 10 ਦੇ ਕਿੰਨੇ ਨੋਟ ਹਨ? ਆਓ ਗਿਣੀਏ। 1 2 3 4 5 6 ਭਾਵ 10 20 30 40 50 60 ਬਰਾबर है 60। सो बच्चों, ਅਸੀਂ ਇਸ ਨੂੰ ਕਿਸ ਤਰ੍ਹਾਂ ਲਿਖ ਸਕਦੇ ਹਾਂ? ਬਿਲਕੁਲ ਠੀਕ, 6 ਵਾਰ 10 ਭਾਵ 6 ਗੁਣਾ 10 ਬਰਾबर है 60। ਹੁਣ ਬੱਚਿਓ ਦੇਖੋ, ਸਾਡੇ ਕੋਲ ਹੋ ਗਏ 10 ਦੇ 7 ਨੋਟ ਭਾਵ 70 ਰੁਪਏ ਤੇ ਇਸ ਨੂੰ ਅਸੀਂ ਕਿਵੇਂ ਲਿਖਾਂਗੇ? ਬਿਲਕੁਲ ਠੀਕ, 7 ਗੁਣਾ 10 ਬਰਾबर है 70। ਤੇ ਬੱਚਿਓ, ਹੁਣ ਸਾਡੇ ਕੋਲ ਹਨ 10 ਦੇ 8 ਨੋਟ ਭਾਵ 80 ਰੁਪਏ ਤੇ ਇਸ ਨੂੰ ਅਸੀਂ ਕਿਵੇਂ ਲਿਖਦੇ ਹਾਂ? 8 ਗੁਣਾ 10 ਬਰਾबर है 80। ਤੇ ਬੱਚਿਓ, ਇੱਥੇ ਸਾਡੇ ਕੋਲ ਹਨ 10 ਦੇ 9 ਨੋਟ ਭਾਵ 90 ਰੁਪਏ ਤੇ ਇਸ ਨੂੰ ਅਸੀਂ ਕਿਵੇਂ ਲਿਖਾਂਗੇ? 9 ਗੁਣਾ 10 ਬਰਾबर है 90। ਤੇ ਬੱਚਿਓ, ਹੁਣ ਸਾਡੇ ਕੋਲ ਹੋ ਗਏ 10 ਦੇ 10 ਨੋਟ ਭਾਵ 100 ਰੁਪਏ ਤੇ ਇਸ ਨੂੰ ਅਸੀਂ ਲਿਖਾਂਗੇ 10 ਗੁਣਾ 10 ਬਰਾबर है ਬਿਲਕੁਲ ਠੀਕ 100। ਤੇ ਹੁਣ ਮੇਰੇ ਪਿਆਰੇ ਬੱਚਿਓ ਦੇਖੋ, ਇਹ ਸਾਰੇ 10 20 30 40 50 60 70 80 90 100 ਇਹ ਸਾਰੇ 10 ਦੇ ਗੁਣਜ ਹਨ। ਅਤੇ ਪਿਆਰੇ ਬੱਚਿਓ, ਇਸ ਤੋਂ ਸਾਨੂੰ ਪਤਾ ਵੀ ਲੱਗ ਗਿਆ 10 ਦੇ ਗੁਣਜ ਦੇ ਅੰਤ ਤੇ 0 ਹੁੰਦੀ ਹੈ, ਜੋ ਕਿ ਤੁਸੀਂ ਦੇਖ ਵੀ ਸਕਦੇ ਹੋ। ਸੋ ਮੇਰੇ ਪਿਆਰੇ ਬੱਚਿਓ, ਇਹ ਸਾਰੇ ਕੀ ਹਨ? ਬਿਲਕੁਲ ਠੀਕ 10 ਦੇ ਗੁਣਜ। ਹੁਣ ਵਾਰੀ ਹੈ ਘਰ ਦੇ ਕੰਮ ਦੀ। ਘਰ ਦੇ ਕੰਮ ਵਿੱਚ ਪਿਆਰੇ ਬੱਚਿਓ ਦੇਖੋ, 10 ਦੇ ਗੁਣਜ ਤੇ ਠੀਕ ਭਾਵ ਸਹੀ ਦਾ ਨਿਸ਼ਾਨ ਲਗਾਓ। ਪਹਿਲੀ ਸੰਖਿਆ ਹੈ 18। ਅਸੀਂ ਪੜ ਚੁੱਕੇ ਹਾਂ ਕਿ 10 ਦੇ ਗੁਣਜ ਦੇ ਅੰਤ ਤੇ 0 ਹੁੰਦੀ ਹੈ, ਪਰ ਇੱਥੇ ਸਾਡੇ ਕੋਲ 0 ਨਹੀਂ ਹੈ, ਸੋ ਇਹ ਸੰਖਿਆ 10 ਦਾ ਗੁਣਜ ਨਹੀਂ ਹੈ। ਅਗਲੀ ਸੰਖਿਆ ਹੈ 20। ਇਸ ਦੇ ਅੰਤ ਤੇ ਸਾਡੇ ਕੋਲ 0 ਹੈ, ਸੋ ਇਹ ਸੰਖਿਆ 10 ਦਾ ਗੁਣਜ ਹੈ ਅਤੇ ਅਸੀਂ ਖਾਨੇ ਦੇ ਵਿੱਚ ਸਹੀ ਦਾ ਨਿਸ਼ਾਨ ਲਗਾ ਦਿੱਤਾ। ਹੁਣ ਤੁਸੀਂ ਵੀ ਬਾਕੀ ਸੰਖਿਆਵਾਂ ਦੇਖਣੀਆਂ ਹਨ ਅਤੇ ਜੋ 10 ਦੇ ਗੁਣਜ ਹਨ ਉਹਨਾਂ ਦੇ ਅੱਗੇ ਠੀਕ ਦਾ ਨਿਸ਼ਾਨ ਲਗਾਉਣਾ ਹੈ। ਧੰਨਵਾਦ। Hello dear kids, let's see what else the English teacher Mrs. Manjeet tells them about time. She advised, advise, advise, advice, advised,
advise. Now we will skip E from here and add ED. Advised. She advised us. She advised us. What did she advise? To have a clock. At where? In our room. She advised us to have a clock in our room. She also guided. Guide. Guide. Skip E and add ED. Now it is guided. She also guided us to prepare. P-R-E, prepare. To prepare a timetable with the help of the clock. The clock. And FOLLOW, follow it. She also guided us to prepare a timetable. A timetable with the help of the clock and follow it. Follow the timetable. Let's see how does he follow the timetable in the next paragraph. I told her that I have a big grandfather clock. I told her that I have a big grandfather clock. A big grandfather clock. At where? In my room. It helps me to be punctual. Means it helps me to the work on time and gives a tick tick sound. Yes, it helps me to be punctual and gives a tick-tock sound. In the morning, it rings at 6 a.m. and wakes me up. Yes, at 6 a.m. to wake up. Now it's time for past preparation. You have to choose the answers from these sentences. Are you ready? Let's start. Question 1. Which sound was coming from the clock? Mew, chirp, tick tick, or buzz? Yes, you have to choose one option. Question 2. Mrs. Manjeet guided us to prepare a clock, a timetable, a dish, a chart. What time does the narrator wake up? You know very well, you have to choose only one option. Bye-bye. See you soon. जमात चौथी विषय पंजाबी पाठ 11 मेरे निशाने कविता। प्यारे बच्चों, ਤੁਸੀਂ ਸ਼੍ਰੀ ਦਰਸ਼ਨ ਸਿੰਘ ਅਵਾਰਾ ਜੀ ਦੁਆਰਾ ਲਿਖੀ ਹੋਈ ਕਵਿਤਾ ਚੰਗੀ ਤਰ੍ਹਾਂ ਪੜ੍ਹ ਲਈ ਹੈ। ਅੱਜ ਅਸੀਂ ਇਸ ਦੇ ਬਹੁ ਵਿਕਲਪੀ ਪ੍ਰਸ਼ਨ ਕਰਾਂਗੇ। पहला प्रश्न है, भारत की है? ऊड़ा विकल्प है पिंड, एड़ा शहर, ईड़ी देश, सस्सा सूबा। हाँ जी बच्चों, देखो ये तस्वीर किसदी है?
ਬਹੁਤ ਵਧੀਆ। ਇਹ ਤਸਵੀਰ ਭਾਰਤ ਦੇ ਨਕਸ਼ੇ ਦੀ ਹੈ। ਇਸ ਵਿੱਚ 28 ਰਾਜ ਹਨ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ ਹਨ। ਇਹਨਾਂ ਸਭਨਾਂ ਨੂੰ ਮਿਲਾ ਕੇ ਭਾਰਤ ਬਣਿਆ ਹੈ। ਹੁਣ ਦੇਖੋ ਬੇਟਾ ਕਿਹੜਾ ਵਿਕਲਪ ਸਹੀ ਹੈ। ਬਹੁਤ ਵਧੀਆ। ਦੇਸ਼। ਭਾਰਤ ਇੱਕ ਦੇਸ਼ ਹੈ। ਦੇਸ਼ ਵਿਕल्प बिल्कुल सही है। दूजा प्रश्न है विद्वान दा अर्थ खाली थां है। ऊड़ा विद्या दा तनी, ऐड़ा चलाक, ईड़ी ताकतवर, सस्सा चुस्त। हाँ जी बच्चों, तुसी कविता विच पढ़िया है करके मन दे नाल पढ़ाई, उच्ची उच्ची विद्या पाके, पूरी भरवी मेहनत करके, सूझ वधा के ज्ञान वधा के मैं चंगा विद्वान बनांगा, मैं भारत दी शान बनांगा। इस विच बच्चा कह रहा है कि मैं मेहनत करके ज्ञान वधा के विद्वान बनांगा। सही विकल्प है हाँ जी विद्या दा तनी। तीजा प्रश्न है सौंपिया कम खाली था नाल करन दी गल कीती गई है। ऊड़ा तन, ऐड़ा मन, ईड़ी तन, सस्सा तन मन। हाँ जी बच्चों देखो तुसी कविता विच पढ़िया है सौंप देगी जो काम मैनू भारत माता योग बना के ओही मेरा धर्म बनेगा तोड़ चढ़ासा तन मन लाके। इस विच बच्चा कह रहा है कि भारत माता मैनू जो भी काम सौंपेगी वो मैं तन मन लाके पूरा करांगा। सही विकल्प है तन मन। चौथा प्रश्न है कविता विच खाली थां बनन दी गल कीती गई है। ऊड़ा अमीर, ऐड़ा महान, ईड़ी दलेर, सस्सा कोई नहीं। हाँ जी बच्चों तुसी कविता विच पढ़ चुके हो मैं भारत दी शान बनांगा भावें अज हां छोटा बच्चा पर मैं कदे महान बनांगा। मैं भारत दी शान बनांगा। हाँ जी बच्चों इस विच बच्चा कह रहा है कि भावें आज मैं छोटा बच्चा हाँ पर मैं कदे महान बनांगा। सही विकल्प है महान। पंजवां ते आखिरी प्रश्न है बच्चा खाली थां दी शान बनना चाहुंदा है। ऊड़ा पंजाब, ऐड़ा भारत, ईड़ी पिंड, सस्सा जिले। हाँ जी बच्चों तुसी कविता विच पढ़िया है तक्के गाना मेरे हुंदिया कोई मेरे भारत वन्ने मैं फौजी कप्तान बनांगा मैं भारत दी शान बनांगा। इस विच बच्चा कह रहा है कि मैं फौजी कप्तान बन के भारत दी शान बनांगा। सही विकल्प है भारत। बच्चा भारत दी शान बनना चाहुंदा है। ਬੱਚਿਓ ਉਮੀਦ ਕਰਦੀ ਹਾਂ ਤੁਹਾਨੂੰ ਇਹ ਪ੍ਰਸ਼ਨ ਸਮਝ ਆ ਗਏ ਹੋਣਗੇ। ਹੁਣ ਤੁਹਾਡੇ ਘਰ ਦਾ ਕੰਮ ਹੈ ਕਿ ਤੁਸੀਂ ਇਹਨਾਂ ਪ੍ਰਸ਼ਨਾਂ ਨੂੰ ਸੋਹਣਾ ਕਰਕੇ ਆਪਣੀ ਕਾਪੀ ਵਿੱਚ ਲਿਖਣਾ ਹੈ ਅਤੇ ਯਾਦ ਵੀ ਕਰਨਾ ਹੈ। ਧੰਨਵਾਦ। ਪਿਆਰੇ ਬੱਚਿਓ ਸਤਿ ਸ਼੍ਰੀ ਅਕਾਲ। ਬੱਚਿਓ ਜਿਵੇਂ ਕਿ ਤੁਸੀਂ ਜਾਣਦੇ ਹੋ ਸਾਡਾ ਅਧਿਆਇ 3 ਭਿੰਨਾਤਮਕ ਸੰਖਿਆਵਾਂ ਚੱਲ ਰਿਹਾ ਹੈ ਤੇ ਅੱਜ ਅਸੀਂ ਅਭਿਆਸ 3.2 ਦਾ ਪਹਿਲਾ ਸਵਾਲ ਹੱਲ ਕਰਦੇ ਹਾਂ ਤੇ ਚਲੋ ਸ਼ੁਰੂ ਕਰੀਏ। ਬੱਚਿਓ ਅਭਿਆਸ 3.2 ਦਾ ਪਹਿਲਾ ਸਵਾਲ ਹੈ ਹੇਠਾਂ ਦਿੱਤੇ ਚਿੱਤਰਾਂ ਵਿੱਚ ਇਸ ਤਰ੍ਹਾਂ ਰੰਗ ਭਰੋ ਕਿ ਉਹ ਤੁਲ ਭਿੰਨਾਂ ਬਣ ਜਾਣ। ਉਹਨਾਂ ਦੀਆਂ ਭਿੰਨਾਂ ਹੇਠਾਂ ਦਿੱਤੇ ਖਾਨੇ ਵਿੱਚ ਲਿਖੋ। ਬੱਚਿਓ ਇਸ ਸਵਾਲ ਵਿੱਚ ਸਾਨੂੰ ਦੋ ਆਕ੍ਰਿਤੀਆਂ ਦਿੱਤੀਆਂ ਗਈਆਂ ਹਨ ਤੇ ਪਹਿਲੀ ਆਕ੍ਰਿਤੀ ਦੀ ਭਿੰਨ ਸਾਨੂੰ ਦਿੱਤੀ ਗਈ ਹੈ ਤੇ ਦੂਸਰੀ ਆਕ੍ਰਿਤੀ ਵਿੱਚ ਅਸੀਂ ਇਸ ਤਰ੍ਹਾਂ ਰੰਗ ਭਰਨੇ ਨੇ ਕਿ ਉਹਨਾਂ ਦੀਆਂ ਭਿੰਨਾਂ ਆਪਸ ਵਿੱਚ ਤੁਲ ਭਿੰਨਾਂ ਬਣ ਜਾਣ। ਤੇ ਚਲੋ ਅਸੀਂ ਇਸ ਦਾ ਊੜਾ ਭਾਗ ਹੱਲ ਕਰਦੇ ਹਾਂ। ਬੱਚਿਓ ਇਸ ਭਾਗ ਵਿੱਚ ਸਾਨੂੰ ਦੋ ਆਕ੍ਰਿਤੀਆਂ ਦਿੱਤੀਆਂ ਗਈਆਂ ਹਨ। ਪਹਿਲੀ ਆਕ੍ਰਿਤੀ ਨੂੰ ਬਰਾਬਰ 3 ਭਾਗਾਂ ਵਿੱਚ ਵੰਡਿਆ ਗਿਆ ਹੈ ਤੇ ਇਸ ਦੀ ਭਿੰਨ ਹੈ 1/3 ਤੇ ਦੂਸਰੀ ਆਕ੍ਰਿਤੀ ਨੂੰ 6 ਬਰਾਬਰ ਭਾਗਾਂ ਵਿੱਚ ਵੰਡਿਆ ਗਿਆ ਹੈ ਤੇ ਅਸੀਂ ਇਹਨਾਂ ਦੋਵਾਂ ਆਕ੍ਰਿਤੀਆਂ ਨੂੰ ਇਸ ਤਰ੍ਹਾਂ ਰੰਗ ਭਰਨੇ ਨੇ ਕਿ ਇਹਨਾਂ ਦੀਆਂ ਭਿੰਨਾਂ ਆਪਸ ਵਿੱਚ ਤੁਲ ਭਿੰਨਾਂ ਬਣ ਜਾਣ। ਬੱਚਿਓ ਪਹਿਲੀ ਆਕ੍ਰਿਤੀ ਦੇਖੋ ਇਸ ਨੂੰ ਬਰਾਬਰ 3 ਭਾਗਾਂ ਵਿੱਚ ਵੰਡਿਆ ਹੈ ਤੇ ਇਸ ਦੀ ਭਿੰਨ ਹੈ 1/3 ਭਾਵ 3 ਬਰਾਬਰ ਹਿੱਸਿਆਂ ਵਿੱਚੋਂ ਇੱਕ ਹਿੱਸਾ। ਤੇ ਇਸ ਨੂੰ ਅਸੀਂ ਬੱਚਿਓ ਇਸ ਤਰ੍ਹਾਂ ਸਮਝਦੇ ਹਾਂ ਮੇਰੇ ਕੋਲ ਇੱਕ ਗੋਲ ਆਕਾਰ ਆਕ੍ਰਿਤੀ ਹੈ
ਤੇ ਇਸ ਨੂੰ ਬਰਾਬਰ ਮੈਂ 3 ਭਾਗਾਂ ਵਿੱਚ ਵੰਡਿਆ ਹੈ। ਇਸ ਤੇ ਹਰ ਕਿੰਨਾ ਹੈ 3 ਤੇ ਵਿਸ਼ੇਸ਼ ਭਾਗ ਜਿਸ ਵਿੱਚ ਰੰਗ ਭਰਨੇ ਨੇ ਉਹ ਕਿੰਨਾ ਹੈ 1, ਭਾਵ 1 ਭਾਗ ਵਿੱਚ ਰੰਗ ਭਰਨੇ ਨੇ। ਤੇ ਬੱਚਿਓ ਮੈਂ ਇਸ ਤੇ 1 ਭਾਗ ਵਿੱਚ ਰੰਗ ਭਰ ਦਿੰਨੀ ਹਾਂ ਤੇ ਇਸ ਦੀ ਭਿੰਨ ਕੀ ਹੋ ਗਈ 1/3। ਹੁਣ ਬੱਚਿਓ ਅਸੀਂ ਇਸ ਆਕ੍ਰਿਤੀ ਦੇ ਵੀ 3 ਬਰਾਬਰ ਹਿੱਸਿਆਂ ਵਿੱਚੋਂ ਇੱਕ ਹਿੱਸੇ ਵਿੱਚ ਰੰਗ ਭਰਦੇ ਹਾਂ। ਬੱਚਿਓ ਇਸ ਤਰ੍ਹਾਂ ਪਹਿਲੀ ਆਕ੍ਰਿਤੀ ਦੇ 1/3 ਭਾਗ ਵਿੱਚ ਰੰਗ ਭਰ ਦਿੱਤੇ ਨੇ। ਹੁਣ ਬੱਚਿਓ ਦੇਖੋ ਦੂਸਰੀ ਆਕ੍ਰਿਤੀ ਨੂੰ ਅਸੀਂ ਇਸ ਤਰ੍ਹਾਂ ਰੰਗ ਭਰਨੇ ਨੇ ਕਿ ਇਹਨਾਂ ਦੋਵਾਂ ਦੀਆਂ ਪਿੰਨਾਂ ਆਪਸ ਵਿੱਚ ਤੁਲ ਪਿੰਨਾਂ ਬਣ ਜਾਣ। ਇਸ ਲਈ ਵੀ ਬੱਚਿਓ ਮੇਰੇ ਕੋਲ ਇੱਕ ਗੋਲ ਆਕਾਰ ਆਕ੍ਰਿਤੀ ਹੈ ਤੇ ਬੱਚਿਓ ਇਸ ਨੂੰ ਮੈਂ ਬਰਾਬਰ 6 ਭਾਗਾਂ ਵਿੱਚ ਵੰਡਿਆ ਹੈ। ਤੇ ਚਲੋ ਹੁਣ ਇਸ ਦੇ ਇੱਕ ਭਾਗ ਵਿੱਚ ਅਸੀਂ ਰੰਗ ਭਰ ਕੇ ਦੇਖਦੇ ਹਾਂ। ਬੱਚਿਓ ਦੇਖੋ ਹੁਣ ਇਸ ਦੇ ਇੱਕ ਭਾਗ ਵਿੱਚ ਰੰਗ ਭਰਨ ਤੇ ਇਹ ਦੋਵੇਂ ਆਪਸ ਵਿੱਚ ਸਮਾਨ ਹਿੱਸੇ ਨੂੰ ਦਰਸਾ ਰਹੀਆਂ ਨੇ ਨਹੀਂ। ਇਸ ਲਈ ਬੱਚਿਓ ਮੈਂ ਇਸ ਦੇ ਇੱਕ ਹੋਰ ਭਾਗ ਵਿੱਚ ਰੰਗ ਭਰ ਕੇ ਦੇਖਦੀ ਹਾਂ। ਇਸ ਤਰ੍ਹਾਂ ਬੱਚਿਓ ਦੇਖੋ ਮੈਂ ਇਸ ਦੇ ਦੂਸਰੇ ਭਾਗ ਵਿੱਚ ਵੀ ਰੰਗ ਭਰ ਦਿੱਤੇ ਨੇ ਤੇ ਹੁਣ ਦੇਖੋ ਇਹ ਸਮਾਨ ਹਿੱਸੇ ਨੂੰ ਦਰਸਾਉਂਦੀਆਂ ਪਈਆਂ ਨੇ। ਹਾਂਜੀ ਤੇ ਇਸ ਲਈ ਬੱਚਿਓ 6 ਬਰਾਬਰ ਭਾਗਾਂ ਵਿੱਚ ਜੇਕਰ ਅਸੀਂ 2 ਭਾਗਾਂ ਵਿੱਚ ਰੰਗ ਭਰ ਦਿੰਦੇ ਹਾਂ ਤੇ ਇਹ ਦੋਵੇਂ ਸਮਾਨ ਹਿੱਸੇ ਨੂੰ ਦਰਸਾ ਰਹੀਆਂ ਨੇ। ਇਸ ਲਈ ਬੱਚਿਓ ਇਸ ਆਕ੍ਰਿਤੀ ਵਿੱਚ ਵੀ ਅਸੀਂ 6 ਬਰਾਬਰ ਭਾਗਾਂ ਵਿੱਚੋਂ 2 ਬਰਾਬਰ ਭਾਗਾਂ ਵਿੱਚ ਰੰਗ ਭਰਾਂਗੇ ਤੇ ਇਹਨਾਂ ਦੋਵਾਂ ਦੀਆਂ ਪਿੰਨਾਂ ਆਪਸ ਵਿੱਚ ਤੁਲ ਪਿੰਨਾਂ ਬਣ ਜਾਣਗੀਆਂ। ਇਸ ਤਰ੍ਹਾਂ ਬੱਚਿਓ ਦੇਖੋ 6 ਬਰਾਬਰ ਭਾਗਾਂ ਵਿੱਚੋਂ 2 ਬਰਾਬਰ ਭਾਗਾਂ ਵਿੱਚ ਰੰਗ ਭਰ ਦਿੱਤੇ ਨੇ ਤੇ ਇਸ ਤਰ੍ਹਾਂ ਇਸ ਆਕ੍ਰਿਤੀ ਦੀ ਭਿੰਨ ਕੀ ਹੋਏਗੀ ਹਾਂਜੀ 2/6। ਬੱਚਿਓ ਹੁਣ ਅਸੀਂ ਸਵਾਲ ਨੰਬਰ 1 ਦਾ ਐੜਾ ਭਾਗ ਹੱਲ ਕਰਦੇ ਹਾਂ। ਇਸ ਵਿੱਚ ਸਾਨੂੰ 2 ਆਕ੍ਰਿਤੀਆਂ ਦਿੱਤੀਆਂ ਗਈਆਂ ਨੇ। ਪਹਿਲੀ ਆਕ੍ਰਿਤੀ ਨੂੰ 4 ਬਰਾਬਰ ਭਾਗਾਂ ਵਿੱਚ ਵੰਡਿਆ ਗਿਆ ਹੈ ਤੇ ਇਸ ਦੀ ਭਿੰਨ ਹੈ 3/4 ਤੇ ਦੂਸਰੀ ਆਕ੍ਰਿਤੀ ਨੂੰ 8 ਬਰਾਬਰ ਭਾਗਾਂ ਵਿੱਚ ਵੰਡਿਆ ਗਿਆ ਹੈ। ਬੱਚਿਓ ਪਹਿਲੀ ਆਕ੍ਰਿਤੀ ਦੇ ਹਰ ਹੈ 4 ਤੇ ਅੰਸ਼ ਹੈ 3 ਭਾਵ 4 ਬਰਾਬਰ ਭਾਗਾਂ ਵਿੱਚੋਂ 3 ਭਾਗ। ਇਸ ਲਈ ਬੱਚਿਓ ਦੇਖੋ ਇਹ ਇੱਕ ਆਕ੍ਰਿਤੀ ਹੈ ਤੇ ਇਸ ਨੂੰ 4 ਬਰਾਬਰ ਭਾਗਾਂ ਵਿੱਚ ਵੰਡਿਆ ਹੈ ਤੇ ਇਸ ਦੇ ਕਿੰਨੇ ਭਾਗਾਂ ਵਿੱਚ ਰੰਗ ਭਰਨੇ ਨੇ 3। ਇਸ ਲਈ ਬੱਚਿਓ ਮੈਂ ਇਸ ਦੇ 3 ਹਿੱਸਿਆਂ ਵਿੱਚ ਰੰਗ ਭਰਦੀ ਹਾਂ 1 2 3। ਇਸ ਤਰ੍ਹਾਂ ਬੱਚਿਓ ਇਸ ਦੀ ਭਿੰਨ ਕੀ ਹੋ ਗਈ 3/4। ਹੁਣ ਬੱਚਿਓ ਅਸੀਂ ਇਸ ਆਕ੍ਰਿਤੀ ਵਿੱਚ ਵੀ ਰੰਗ ਭਰਦੇ ਹਾਂ। ਬੱਚਿਓ ਇਸ ਤਰ੍ਹਾਂ ਤੁਸੀਂ ਦੇਖਿਆ ਪਹਿਲੀ ਆਕ੍ਰਿਤੀ ਦੇ 3/4 ਭਾਗ ਵਿੱਚ ਰੰਗ ਭਰ ਦਿੱਤੇ ਨੇ। ਹੁਣ ਦੂਸਰੀ ਆਕ੍ਰਿਤੀ ਦੇਖੋ ਇਸ ਨੂੰ 8 ਬਰਾਬਰ ਭਾਗਾਂ ਵਿੱਚ ਵੰਡਿਆ ਹੈ ਤੇ ਇਸ ਤੇ ਅਸੀਂ ਇਸ ਤਰ੍ਹਾਂ ਰੰਗ ਭਰਨੇ ਨੇ ਕਿ ਇਹਨਾਂ ਦੀਆਂ ਪਿੰਨਾਂ ਆਪਸ ਵਿੱਚ ਤੁਲ ਪਿੰਨਾਂ ਬਣ ਜਾਣ। ਬੱਚਿਓ ਇਸ ਲਈ ਮੇਰੇ ਕੋਲ ਇੱਕ ਆਕ੍ਰਿਤੀ ਹੈ। ਇਸ ਨੂੰ ਮੈਂ 8 ਬਰਾਬਰ ਭਾਗਾਂ ਵਿੱਚ ਵੰਡਿਆ ਹੈ। ਹੁਣ ਮੈਂ ਇਸ ਦੇ ਇੱਕ ਭਾਗ ਵਿੱਚ ਰੰਗ ਭਰ ਕੇ ਦੇਖਦੀ ਹਾਂ। ਇੱਕ ਭਾਗ ਵਿੱਚ ਰੰਗ ਭਰਨ ਤੇ ਦੇਖੋ ਬੱਚਿਓ ਇਹ ਦੋਵੇਂ ਸਮਾਨ ਹਿੱਸੇ ਨੂੰ ਦਰਸਾਉਂਦੀਆਂ ਨੇ ਨਹੀਂ। ਇਸ ਲਈ ਮੈਂ ਇਸ ਦੇ ਦੂਸਰੇ ਭਾਗ ਵਿੱਚ ਵੀ ਰੰਗ ਭਰਦੀ ਹਾਂ। ਹੁਣ ਦੇਖੋ ਇਹ ਸਮਾਨ ਹਿੱਸੇ ਨੂੰ ਦਰਸਾ ਰਹੀਆਂ ਨੇ ਨਹੀਂ ਦਰਸਾਉਂਦੀਆਂ ਪਈਆਂ। ਇਸ ਲਈ ਇਸ ਦੇ ਤੀਸਰੇ ਹਿੱਸੇ ਵਿੱਚ ਵੀ ਮੈਂ ਰੰਗ ਭਰਦੀ ਹਾਂ। ਹੁਣ ਦੇਖੋ ਹੁਣ ਵੀ ਇਹ ਸਮਾਨ ਹਿੱਸਾ ਨਹੀਂ ਦਰਸਾ ਰਹੀਆਂ। ਇਸ ਲਈ ਬੱਚਿਓ ਮੈਂ ਇਸ ਦੇ ਚੌਥੇ ਭਾਗ ਵਿੱਚ ਰੰਗ ਭਰਦੀ ਹਾਂ। ਇਹ ਦੋਨੇ ਸਮਾਨ ਹਿੱਸੇ ਨੂੰ ਦਰਸਾਉਂਦੀਆਂ ਨੇ ਨਹੀਂ। ਇਸ ਲਈ ਬੱਚਿਓ ਮੈਂ ਇਸ ਦੇ ਹੁਣ ਪੰਜਵੇਂ ਭਾਗ ਵਿੱਚ ਵੀ ਰੰਗ ਭਰਦੀ ਹਾਂ। ਹੁਣ ਦੇਖੋ ਇਹ ਸਮਾਨ ਹਿੱਸੇ ਨੂੰ ਦਰਸਾਉਂਦੀਆਂ ਪਈਆਂ ਨੇ ਨਹੀਂ। ਇਸ ਲਈ ਬੱਚਿਓ ਮੈਂ ਇਸ ਦੇ ਹੁਣ 6ਵੇਂ ਭਾਗ ਵਿੱਚ ਵੀ ਰੰਗ ਭਰ ਦਿੰਦੀ ਹਾਂ ਤੇ ਬੱਚਿਓ ਹੁਣ ਦੇਖੋ ਇਹ ਸਮਾਨ ਹਿੱਸੇ ਨੂੰ ਦਰਸਾ ਰਹੀਆਂ ਨੇ ਹਾਂਜੀ। ਇਹ ਦੋਵੇਂ ਹੁਣ ਸਮਾਨ ਹਿੱਸੇ ਨੂੰ ਦਰਸਾ ਰਹੀਆਂ ਨੇ। ਇਸ ਤਰ੍ਹਾਂ ਬੱਚਿਓ 8 ਬਰਾਬਰ ਭਾਗਾਂ ਵਿੱਚੋਂ 6 ਭਾਗਾਂ ਵਿੱਚ ਰੰਗ ਭਰਨ ਤੇ ਇਹ ਦੋਵੇਂ ਸਮਾਨ ਹਿੱਸੇ ਨੂੰ ਦਰਸਾਉਂਦੀਆਂ ਨੇ। ਇਸ ਲਈ ਬੱਚਿਓ ਹੁਣ ਇਸ ਆਕ੍ਰਿਤੀ ਦੇ ਵੀ ਮੈਂ 8 ਬਰਾਬਰ ਭਾਗਾਂ ਵਿੱਚੋਂ 6 ਭਾਗਾਂ ਵਿੱਚ ਰੰਗ ਭਰਦੀ ਹਾਂ ਤਾਂ ਕਿ ਇਹਨਾਂ ਦੋਵਾਂ ਦੀਆਂ ਪਿੰਨਾਂ ਆਪਸ ਵਿੱਚ ਤੁਲ ਪਿੰਨਾਂ ਬਣ ਜਾਣ। ਇਸ ਤਰ੍ਹਾਂ ਬੱਚਿਓ ਦੇਖੋ ਇਸ ਆਕ੍ਰਿਤੀ ਦੇ 8 ਬਰਾਬਰ ਭਾਗਾਂ ਵਿੱਚੋਂ 6 ਭਾਗਾਂ ਵਿੱਚ ਰੰਗ ਭਰ ਦਿੱਤੇ ਨੇ ਤੇ ਇਸ ਦੀ ਪਿੰਨ ਕੀ ਹੋਏਗੀ ਹਾਂਜੀ 6/8। ਦੇ ਕੰਮ ਵਿੱਚ ਬੱਚਿਓ ਤੁਸੀਂ ਅਭਿਆਸ 3.2 ਦਾ ਪੰਨਾ ਨੰਬਰ 88 ਤੇ ਸਵਾਲ ਨੰਬਰ 1 ਦਾ ਊੜਾ ਅਤੇ ਐੜਾ ਭਾਗ ਹੱਲ ਕਰਨਾ ਹੈ। ਧੰਨਵਾਦ ਬੱਚਿਓ। Hello dear students, today I have a very interesting activity for you. Draw some road safety signs given at page number
32 of your textbooks. While going by road, you must have seen some of these road safety signs. Today we will draw some of them. So let's start. First, we'll draw the sign of parking. To draw it, take any bangle and draw a circle with the help of it. Okay? One circle. Then write P with black marker. Okay? So, it's a sign of parking. Similarly, we can draw one more sign. Draw another circle. Write P. Students, we have to cross it with a single line as it is a sign of no parking. This means you can park your vehicles when you see this sign, but you can't park your vehicles when you see this sign. Okay? Let's draw another sign. Draw a triangle. Then with black marker, draw a horizontal line, one semicircle, another semicircle. Students, this is a sign of uneven road. Look here. Uneven means not smooth, not flat. This is flat, but here uneven. Okay? Not smooth, uneven road. This is a sign of uneven road, not smooth. Okay? Let's draw another sign. Draw a triangle. Okay? Then 3 vertical lines and 2 horizontal lines. This is a sign of railway track. This will warn you about railway crossing ahead. Okay? Isn't it easy, students? Students, do you know the very first traffic lights were manually operated, means operated by men, and they were gas lit, not automatic. Okay? And they were first installed in 1868. Now it's time for your homework, and your homework is to draw these road signs. Okay? The first one is narrow road ahead, hump ahead, eating place 5 meter ahead, no U-turn, two-way traffic. मेरी चौथी जमात दे बहुत ही बीबे ते प्यारे बच्चियों, सत श्री अकाल जी। प्यारे बच्चियों, अव्वले अल्लाह नूर उपाया, कुदरत दे सब बंदे, एक नूर ते सब जग उपजिया, कौन भले को मंदे। बिल्कुल सानू ये तुक सिखाउंदी है कि सारे धर्म बराबर हैं, सारे इंसान बराबर हैं। कोई भी धर्म वड्डा, कोई भी धर्म छोटा नहीं, कोई भी इंसान वड्डा ते कोई भी इंसान छोटा नहीं। आओ प्यारे बच्चियों, अज असी सारे धर्मां दा सत्कार करन बारे, सारे धर्मां नूं बराबर समझण बारे ढेर सारियां गल्लां नूं जाणदे हां, सिੱਖਦੇ ਹਾਂ ਤੇ ਜ਼ਿੰਦਗੀ ਦੇ ਵਿੱਚ ਅਪਣਾਉਂਦੇ ਹਾਂ। ਪਿਆਰੇ ਬੱਚਿਓ, ਸਾਡੇ ਦੇਸ਼ ਭਾਰਤ ਦਾ ਕਾਨੂੰਨ ਸਾਰੇ ਨਾਗਰਿਕਾਂ ਨੂੰ ਬਰਾਬਰ ਮੰਨਦਾ ਹੈ, ਭਾਵੇਂ ਉਹ ਕਿਸੇ ਵੀ ਧਰਮ ਦੇ ਹੋਣ, ਕਿਸੇ ਵੀ ਰਾਜ ਦੇ ਹੋਣ। ਬੱਚਿਓ, ਸਾਡੇ ਦੇਸ਼ ਵਿੱਚ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਲੋਕ ਰਹਿੰਦੇ ਹਨ।
ਸਾਰੇ ਲੋਕ ਆਪਸ ਵਿੱਚ ਇੱਕ ਦੂਜੇ ਨੂੰ ਪਿਆਰ ਕਰਦੇ ਹਨ, ਏਕਤਾ ਨਾਲ ਰਹਿੰਦੇ ਹਨ। ਇਹੀ ਏਕਤਾ ਸਾਡੇ ਦੇਸ਼ ਭਾਰਤ ਦੀ ਤਾਕਤ ਹੈ। ਬੱਚਿਓ, ਸਾਰੇ ਧਰਮ ਮਨੁੱਖ ਨੂੰ ਚੰਗੀ ਸਿੱਖਿਆ ਦਿੰਦੇ ਹਨ। ਇਸ ਨਾਲ ਸਾਡੇ ਅੰਦਰ ਨੈਤਿਕ ਗੁਣ ਵੀ ਪੈਦਾ ਹੁੰਦੇ ਹਨ। ਸਾਨੂੰ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਨਾ ਚਾਹੀਦਾ ਹੈ। ਕਦੇ ਵੀ ਅਜਿਹਾ ਨਹੀਂ ਕਹਿਣਾ ਚਾਹੀਦਾ ਕਿ ਮੇਰਾ ਧਰਮ ਹੀ ਮਹਾਨ ਹੈ। ਇਸ ਗੱਲ ਨਾਲ ਝਗੜਾ ਤੇ ਨਫ਼ਰਤ ਪੈਦਾ ਹੁੰਦੀ ਹੈ। ਬੱਚਿਓ, ਦੂਜੇ ਧਰਮਾਂ ਦਾ ਨਿਰਾਦਰ ਕਰਨ ਨਾਲ ਦੂਜਿਆਂ ਦੇ ਦਿਲ ਨੂੰ ਦੁੱਖ ਪਹੁੰਚਦਾ ਹੈ। ਬੱਚਿਓ, ਪਿਆਰ ਤੋਂ ਸਖਣਾ ਸਮਾਜ ਕਦੇ ਵੀ ਸੋਹਣਾ ਨਹੀਂ ਹੋ ਸਕਦਾ, ਨਾ ਹੀ ਤਰੱਕੀ ਕਰ ਸਕਦਾ ਹੈ। ਸੋ ਸਾਨੂੰ ਆਪਣੇ ਧਰਮ ਦੇ ਨਾਲ ਬਾਕੀ ਧਰਮਾਂ ਦਾ ਵੀ ਸਤਿਕਾਰ ਕਰਨਾ ਚਾਹੀਦਾ ਹੈ। ਵੱਖ-ਵੱਖ ਧਰਮਾਂ ਦੇ ਲੋਕ ਮੰਨਦੇ ਹਨ ਕਿ ਰੱਬ ਇੱਕ ਹੈ। ਉਸ ਰੱਬ ਦੇ ਵੱਖ-ਵੱਖ ਧਰਮਾਂ ਵਿੱਚ ਨਾਂ ਵੱਖ-ਵੱਖ ਹਨ। ਜੇ ਰੱਬ ਇੱਕ ਹੈ ਤਾਂ ਸਾਰੇ ਮਨੁੱਖ ਵੀ ਤਾਂ ਇੱਕੋ ਜਿਹੇ ਹੋਏ, ਫਿਰ ਝਗੜਾ ਕਿਸ ਗੱਲ ਦਾ ਹੋਇਆ? ਸੋ ਬੱਚਿਓ, ਵੱਖ-ਵੱਖ ਧਰਮਾਂ ਦੇ ਗ੍ਰੰਥਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਦੂਜੇ ਧਰਮਾਂ ਦੇ ਧਾਰਮਿਕ ਗ੍ਰੰਥਾਂ ਦਾ ਵੀ ਸਤਿਕਾਰ ਕਰਨਾ ਚਾਹੀਦਾ ਹੈ। ਸਿਆਣੇ ਲੋਕ ਆਪਣੇ ਧਰਮ ਤੋਂ ਇਲਾਵਾ ਹੋਰ ਧਰਮਾਂ ਦੇ ਗ੍ਰੰਥ ਪੜ੍ਹ ਕੇ ਵੀ ਗਿਆਨ ਹਾਸਲ ਕਰਦੇ ਹਨ। ਧਾਰਮਿਕ ਗ੍ਰੰਥ ਸਾਨੂੰ ਸਹੀ ਰਾਹ ਦਿਖਾਉਂਦੇ ਹਨ, ਸਾਨੂੰ ਚੰਗੇ ਮਨੁੱਖ ਬਣਾਉਂਦੇ ਹਨ। ਸੋ ਬੱਚਿਓ, ਤੁਸੀਂ ਵੀ ਸਾਰੇ ਧਰਮਾਂ ਦਾ ਆਦਰ ਕਰਨਾ ਹੈ, ਸਤਿਕਾਰ ਕਰਨਾ ਹੈ। ਸਾਰੇ ਧਰਮਾਂ ਦਾ ਸਤਿਕਾਰ ਕਰੀਏ, ਹਰ ਇਨਸਾਨ ਨੂੰ ਪਿਆਰ ਕਰੀਏ। ਹਾਂਜੀ ਪਿਆਰੇ ਬੱਚਿਓ, ਤੁਸੀਂ ਦੇਖਿਆ ਸਾਨੂੰ ਸਾਰੇ ਧਰਮਾਂ ਦਾ ਆਦਰ ਕਰਨਾ ਚਾਹੀਦਾ ਹੈ, ਸਤਿਕਾਰ ਕਰਨਾ ਚਾਹੀਦਾ ਹੈ। अपने जवाब दे कुछ फिर मिलांगे। ईचक दाना भीचक दाना, दाने ऊपर दाना, ईचक दाना, ईचक दाना। प्यारे बच्चों, आप सोच रहे हो ना मैं यह गाना क्यों गा रही हूँ? तो चलिए कुछ तस्वीरें देखते हैं। छोटी ई से इलायची। इलायची हमारी रसोई घर में होती है ना। ई से इत्र। इत्र का इस्तेमाल हम सब करते हैं खुशबू के लिए। ई से इमारत। बड़े बड़े शहरों में बड़ी बड़ी इमारतें होती हैं ना। ई से इमली। मज़ा आता है ना खाने में, खट्टी खट्टी। यह है छोटी ई। यह है छोटी ई की मात्रा। छोटी ई की मात्रा की बनावट कैसी प्रतीत होती है? जी हाँ, गुरमुखी भाषा की सिहारी जैसी होती है। छोटी ई की मात्रा हमेशा व्यंजन के पहले यानी बाईं ओर लगाई जाती है। कहाँ लगाई जाती है? व्यंजन के पहले यानी बाईं ओर। व्यंजन के साथ छोटी ई की मात्रा लगाकर लिखना सीखते हैं। छोटी ई की मात्रा जमा क बराबर की। छोटी ई की मात्रा जमा ख बराबर खी। छोटी ई की मात्रा जमा ग बराबर गी। छोटी ई की मात्रा जमा च बराबर ची। छोटी ई की मात्रा जमा ज बराबर जी। छोटी ई की मात्रा जमा द बराबर दी। छोटी ई की मात्रा जमा र बराबर री। छोटी ई की मात्रा जमा फ बराबर फी। छोटी ई की मात्रा की ध्वनि। प्यारे बच्चों, छोटी ई की मात्रा की ध्वनि भी छोटी होती है। इसका उच्चारण व्यंजन के साथ जल्दी और धीमे स्वर में किया जाता है। जब छोटी ई की मात्रा अक्षर के साथ लगती है तो अक्षर का स्वर छोटा हो जाता है, जैसे कि। हिंदी भाषा में जब भी किसी वर्ण को मात्रा के साथ लगाते हैं तो वर्ण और मात्रा की आवाज़ जुड़ जाती है। जैसे जब मैं क में छोटी ई की मात्रा लगाती हूँ वो आवाज़ बनती है कि। और उदाहरण देखें। ख में छोटी ई की मात्रा खी। ग में छोटी ई की मात्रा गी।
च में छोटी ई की मात्रा ची, ज में छोटी ई की मात्रा जी, ट में छोटी ई की मात्रा टी, ठ में छोटी ई की मात्रा ठी, त में छोटी ई की मात्रा ती, थ में छोटी ई की मात्रा थी, न में छोटी ई की मात्रा नी, प में छोटी ई की मात्रा पी, फ में छोटी ई की मात्रा फी, स में छोटी ई की मात्रा सी। दोहराई में हम छोटी ई की मात्रा की ध्वनि का अभ्यास शब्द में करते हैं। तो चलो, ख में छोटी ई की मात्रा जमा ल बराबर खिल, ग में छोटी ई की मात्रा जमा न बराबर गिन, त में छोटी ई की मात्रा जमा ल बराबर तिल, द में छोटी ई की मात्रा जमा ल बराबर दिल, न में छोटी ई की मात्रा जमा ब बराबर निभ, प में छोटी ई की मात्रा जमा न बराबर पिन। तो आज हमने ई की मात्रा और ध्वनि का ज्ञान हासिल किया। गृह कार्य में आप व्यंजन पर छोटी ई की मात्रा लगाकर लिखने एवं पढ़ने का अभ्यास करें। धन्यवाद। ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ, ਅਸੀਂ ਸਾਰੇ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਰਹਿੰਦੇ ਹਾਂ ਤੇ ਅਸੀਂ ਆਪਣਾ ਜੀਵਨ ਜਿਉਣ ਦੇ ਲਈ ਕੋਈ ਨਾ ਕੋਈ ਕੰਮ ਧੰਦਾ ਜ਼ਰੂਰ ਕਰਦੇ ਹਾਂ। ਬੱਚਿਓ, ਤੁਸੀਂ ਦੇਖਦੇ ਹੋਵੋਗੇ ਕਿ ਤੁਹਾਡੇ ਆਸੇ-ਪਾਸੇ ਬਹੁਤ ਸਾਰੇ ਅਜਿਹੇ ਲੋਕ ਰਹਿੰਦੇ ਨੇ ਜਿਹੜੇ ਆਪਣੀ ਰੋਜ਼ੀ ਰੋਟੀ ਵਾਸਤੇ ਕੋਈ ਨਾ ਕੋਈ ਕੀਤਾ ਜ਼ਰੂਰ ਕਰਦੇ ਹੈ। ਅੱਜ ਮੈਂ ਤੁਹਾਨੂੰ ਵੱਖ-ਵੱਖ ਕੀਤਿਆਂ ਦੇ ਬਾਰੇ ਵਿੱਚ ਤੇ ਉਹਨਾਂ ਨੂੰ ਕਰਨ ਵਾਲੇ ਲੋਕਾਂ ਦੇ ਬਾਰੇ ਵਿੱਚ ਜਾਣਕਾਰੀ ਦੇਵਾਂਗੀ। तो चलो आओ शुरू करते हाँ। ਬੱਚਿਓ, ਤਸਵੀਰ ਦੇਖ ਕੇ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਇਹ ਇੱਕ ਜਮਾਤ ਦੀ ਤਸਵੀਰ ਹੈ ਤੇ ਤੁਹਾਨੂੰ ਪਤਾ ਹੋਵੇਗਾ ਕਿ ਜਮਾਤ ਦੇ ਵਿੱਚ ਤੁਹਾਨੂੰ ਕੌਣ ਪੜ੍ਹਾਉਂਦਾ ਹੈ। ਜਮਾਤ ਦੇ ਵਿੱਚ ਸਾਨੂੰ ਅਧਿਆਪਕ ਪੜ੍ਹਾਉਂਦੇ ਹਨ। ਅਧਿਆਪਕ ਸਾਨੂੰ ਚੰਗੀਆਂ ਗੱਲਾਂ ਦੱਸਦੇ ਹਨ। ਬੱਚਿਓ, ਇਸ ਤਸਵੀਰ ਨੂੰ ਵੇਖ ਕੇ ਦੱਸੋ ਕਿ ਇਸ ਵਿੱਚ ਕਿਹੜਾ ਕੰਮ ਕੀਤਾ ਜਾ ਰਿਹਾ ਹੈ। ਹਾਂਜੀ, ਇਸ ਤਸਵੀਰ ਦੇ ਵਿੱਚ ਕਪੜਾ ਬੁਣਨ ਦਾ ਕੰਮ ਹੋ ਰਿਹਾ ਹੈ। ਵੇਖੋ ਕਿੰਨੇ ਹੀ ਵਧੀਆ ਤਰੀਕੇ ਦੇ ਨਾਲ ਕਪੜਾ ਬਣਾਇਆ ਜਾ ਰਿਹਾ ਹੈ। ਤੁਹਾਨੂੰ ਪਤਾ ਹੈ ਕਪੜਾ ਬੁਣਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ? ਹਾਂਜੀ, ਜੁਲਾਹਾ। ਕਪੜਾ ਬੁਣਨ ਵਾਲੇ ਨੂੰ ਜੁਲਾਹਾ ਕਿਹਾ ਜਾਂਦਾ ਹੈ। ਬੜੇ ਹੀ ਸੋਹਣੇ ਕੱਪੜੇ ਬੁਣੇ ਜਾਂਦੇ ਹਨ। ਬੱਚਿਓ, ਤਸਵੀਰ ਦੇ ਵਿੱਚ ਦੇਖੋ ਕਿੰਨਾ ਸੋਹਣਾ ਕੰਮ ਕੀਤਾ ਜਾ ਰਿਹਾ ਹੈ। ਤੁਹਾਨੂੰ ਪਤਾ ਹੈ ਕੀ ਕੰਮ ਹੋ ਰਿਹਾ ਹੈ? ਹਾਂਜੀ, ਇਸ ਵਿੱਚ ਮਿੱਟੀ ਦੇ ਭਾਂਡੇ ਬਣਾਏ ਜਾ ਰਹੇ ਨੇ ਤੇ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ? ਕੁਮਿਆਰ। ਕੁਮਿਆਰ ਚੀਕਨੀ ਮਿੱਟੀ ਦੀ ਵਰਤੋਂ ਕਰਕੇ ਬੜੇ ਹੀ ਸੋਹਣੇ ਭਾਂਡੇ ਬਣਾਉਂਦਾ ਹੈ। ਬੱਚਿਓ, ਇਸ ਤਸਵੀਰ ਨੂੰ ਦੇਖ ਕੇ ਦੱਸੋ ਕਿ ਇਸ ਵਿੱਚ ਕਿਹੜਾ ਕੰਮ ਕੀਤਾ ਜਾ ਰਿਹਾ ਹੈ। ਇਸ ਤਸਵੀਰ ਦੇ ਵਿੱਚ ਚਮੜੇ ਦਾ ਕੰਮ ਕੀਤਾ ਜਾ ਰਿਹਾ ਹੈ। ਬੱਚਿਓ, ਤੁਹਾਨੂੰ ਪਤਾ ਹੈ ਚਮੜੇ ਦਾ ਕੰਮ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ? ਚਮੜੇ ਦਾ ਕੰਮ ਕਰਨ ਵਾਲੇ ਨੂੰ ਮੋਚੀ ਕਿਹਾ ਜਾਂਦਾ ਹੈ। ਮੋਚੀ ਚਮੜੇ ਦਾ ਕੰਮ ਕਰਦਾ ਹੈ ਅਤੇ ਨਵੀਆਂ ਜੁੱਤੀਆਂ ਬਣਾਉਂਦਾ ਹੈ। ਪਿਆਰੇ ਬੱਚਿਓ, ਇਹ ਤਸਵੀਰ ਇੱਕ ਹਸਪਤਾਲ ਦੀ ਹੈ ਜਿੱਥੇ ਕਿ ਮਰੀਜ਼ ਦਾਖਲ ਹੈ। ਬੱਚਿਓ, ਤੁਹਾਨੂੰ ਪਤਾ ਹੈ ਮਰੀਜ਼ਾਂ ਦਾ ਇਲਾਜ ਕੌਣ ਕਰਦਾ ਹੈ? ਜਦੋਂ ਤੁਸੀਂ ਬਿਮਾਰ ਹੋ ਜਾਂਦੇ ਹੋ ਤਾਂ ਤੁਸੀਂ ਕਿਸ ਦੇ ਕੋਲ ਦਵਾਈ ਲੈਣ ਲਈ ਜਾਂਦੇ ਹੋ? ਹਾਂਜੀ ਬੱਚਿਓ, ਮਰੀਜ਼ਾਂ ਦਾ ਇਲਾਜ ਡਾਕਟਰ ਕਰਦਾ ਹੈ ਤੇ ਜਦੋਂ ਅਸੀਂ ਬਿਮਾਰ ਹੋ ਜਾਂਦੇ ਆ ਤੇ ਦਵਾਈ ਲੈਣ ਡਾਕਟਰ ਕੋਲ ਜਾਈਦਾ ਹੈ। ਪਿਆਰੇ ਬੱਚਿਓ, ਇਸ ਤਸਵੀਰ ਨੂੰ ਦੇਖ ਕੇ ਮੈਨੂੰ ਦੱਸੋ ਕਿ ਇਸ ਵਿੱਚ ਕਿਹੜਾ ਕੰਮ ਹੋ ਰਿਹਾ ਹੈ?
ਹਾਂਜੀ, ਇਸ ਵਿੱਚ ਲੋਹੇ ਦਾ ਕੰਮ ਹੋ ਰਿਹਾ ਹੈ ਤੇ ਲੋਹੇ ਦਾ ਕੰਮ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ? ਲੁਹਾਰ। ਲੁਹਾਰ ਲੋਹੇ ਦਾ ਕੰਮ ਕਰਦਾ ਹੈ ਤੇ ਵੱਖ-ਵੱਖ ਤਰ੍ਹਾਂ ਦੇ ਸੰਦ ਤਿਆਰ ਕਰਦਾ ਹੈ। ਪਿਆਰੇ ਬੱਚਿਓ, ਹੁਣ ਵਾਰੀ ਹੈ ਘਰ ਦੇ ਕੰਮ ਦੀ। ਬੱਚਿਓ, ਤੁਹਾਡੀ ਪੰਜਾਬੀ ਦੀ ਪਾਠ ਪੁਸਤਕ ਦੇ ਪੰਨਾ ਨੰਬਰ 62 ਦੇ ਉੱਪਰ ਕੀਤਿਆਂ ਦਾ ਮਿਲਾਨ ਦਿੱਤਾ ਹੋਇਆ ਹੈ। ਤੁਸੀਂ ਇਸ ਨੂੰ ਕਰਨਾ ਹੈ ਤੇ ਆਪਣੀ ਆਪਣੀ ਕਾਪੀਆਂ ਦੇ ਉੱਪਰ ਵੀ ਉਤਾਰਨਾ ਹੈ। ਧੰਨਵਾਦ। ਬੱਚਿਓ, ਲਘੁੱਤਮ ਸਮਾਵਰਤੈ ਨੂੰ ਪਤਾ ਕਰਨ ਦੀਆਂ ਹੇਠ ਲਿਖੀਆਂ ਵਿਧੀਆਂ ਹਨ। ਪਹਿਲੀ ਹੈ ਗੁਣਜ ਵਿਧੀ, ਦੂਸਰੀ ਹੈ ਅਭਾਜ ਗੁਣਨਖੰਡ ਵਿਧੀ ਅਤੇ ਤੀਸਰੀ ਹੈ ਭਾਗ ਵਿਧੀ। ਬੱਚਿਓ, ਜੋ ਪਹਿਲੀ ਵਿਧੀ ਗੁਣਜ ਵਿਧੀ ਹੈ, ਇਸ ਨੂੰ ਤੁਸੀਂ ਪਿਛਲੀ ਵੀਡੀਓ ਵਿੱਚ ਬਹੁਤ ਵਧੀਆ ਤਰੀਕੇ ਨਾਲ ਸਮਝ ਚੁੱਕੇ ਹੋ। ਅੱਜ ਆਪਾਂ ਦੂਸਰੀ ਅਤੇ ਤੀਸਰੀ ਯਾਨੀ ਕਿ ਅਭਾਜ ਗੁਣਨਖੰਡ ਵਿਧੀ ਅਤੇ ਭਾਗ ਵਿਧੀ ਸਿੱਖਦੇ ਹਾਂ। ਆਓ ਆਪਾਂ ਇਹਨਾਂ ਬਾਰੇ ਕੁਝ ਸਵਾਲ ਸਮਝਦੇ ਹਾਂ। ਪ੍ਰਸ਼ਨ ਨੰਬਰ 3 ਹੈ, ਹੇਠ ਲਿਖੀਆਂ ਸੰਖਿਆਵਾਂ ਦਾ ਲਘੁੱਤਮ ਸਮਾਵਰਤੈ ਅਭਾਜ ਗੁਣਨਖੰਡ ਵਿਧੀ ਰਾਹੀਂ ਪਤਾ ਕਰੋ। ਇਸ ਦਾ ਇਹ ਸਵਾਲ ਕਰ ਲੈਂਦੇ ਹਾਂ 32 ਅਤੇ 40। ਤਾਂ ਸਭ ਤੋਂ ਪਹਿਲਾਂ ਪਿਆਰੇ ਬੱਚਿਓ, ਆਪਾਂ ਸੰਖਿਆ 32 ਹੈ ਜੋ ਸਭ ਤੋਂ ਛੋਟੀ ਅਭਾਜ ਸੰਖਿਆ 2 ਤੇ ਵੰਡ ਲੈਂਦੇ ਹਾਂ। ਤਾਂ 2 ਤੇ ਵੰਡਣ ਉਪਰੰਤ ਆਪਣੇ ਕੋਲੇ 16 ਆ ਜਾਂਦਾ ਹੈ ਅਤੇ 16 ਨੂੰ ਫਿਰ ਆਪਾਂ 2 ਤੇ ਵੰਡ ਸਕਦੇ ਹਾਂ। ਤਾਂ 16 ਨੂੰ ਜਦੋਂ 2 ਤੇ ਵੰਡਦੇ ਹਾਂ ਤਾਂ ਆਪਣੇ ਕੋਲ 8 ਆ ਜਾਂਦਾ ਹੈ। 8 ਨੂੰ ਫਿਰ 2 ਤੇ ਵੰਡਣ ਉਪਰੰਤ 4 ਸੰਖਿਆ ਆ ਜਾਂਦੀ ਹੈ ਅਤੇ 4 ਨੂੰ 2 ਤੇ ਵੰਡਣ ਤੇ 2 ਆ ਜਾਂਦਾ ਹੈ ਤੇ 2 ਨੂੰ ਫਿਰ 2 ਤੇ ਵੰਡਦੇ ਹਾਂ ਤਾਂ 1 ਦੂਣੀ ਦੂਣੀ ਤਾਂ 1 ਆ ਜਾਂਦਾ ਹੈ। ਤਾਂ ਆਪਣੇ ਕੋਲੇ ਜੋ 32 ਦੇ ਗੁਣਨਖੰਡ ਆ ਚੁੱਕੇ ਹਨ ਉਹ 2 ਗੁਣਾ 2 ਗੁਣਾ 2 ਗੁਣਾ 2 ਗੁਣਾ 2 ਆ ਚੁੱਕੇ ਹਨ। ਤੇ ਹੁਣ ਆਪਾਂ 40 ਸੰਖਿਆ ਦੇ ਗੁਣਨਖੰਡ ਪਤਾ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਸਭ ਤੋਂ ਛੋਟੀ ਅਭਾਜ ਸੰਖਿਆ 2 ਤੇ ਵੰਡਦੇ ਹਾਂ ਤਾਂ 40 ਨੂੰ 2 ਤੇ ਵੰਡਣ ਉਪਰੰਤ ਬੱਚਿਓ 20 ਆ ਜਾਂਦਾ ਹੈ। 20 ਨੂੰ ਫਿਰ ਆਪਾਂ 2 ਅਭਾਜ ਸੰਖਿਆ ਤੇ ਵੰਡਦੇ ਹਾਂ ਤਾਂ 10 ਆ ਜਾਂਦਾ ਹੈ। 10 ਨੂੰ ਫਿਰ ਆਪਾਂ 2 ਤੇ ਵੰਡ ਸਕਦੇ ਹਾਂ ਤਾਂ ਆਪਣੇ ਕੋਲੇ 5 ਸੰਖਿਆ ਆ ਜਾਂਦੀ ਹੈ। 5 ਨੂੰ ਆਪਾਂ ਹੁਣ 5 ਤੇ ਹੀ ਵੰਡਾਂਗੇ ਕਿਉਂਕਿ 5 ਸੰਖਿਆ 2 ਤੇ ਨਹੀਂ ਵੰਡੀ ਜਾਵੇਗੀ। ਤਾਂ 5 ਨੂੰ 5 ਤੇ ਵੰਡਣ ਉਪਰੰਤ 1 ਆ ਜਾਂਦਾ ਹੈ। ਤਾਂ ਆਪਣੇ ਕੋਲੇ ਜੋ 40 ਸੰਖਿਆ ਦੇ ਅਭਾਜ ਗੁਣਨਖੰਡ ਆ ਗਏ ਹਨ 2 ਗੁਣਾ 2 ਗੁਣਾ 2 ਗੁਣਾ 5। ਤੇ ਇਹਨਾਂ ਵਿੱਚੋਂ ਬੱਚਿਓ ਆਪਾਂ ਸਭ ਤੋਂ ਪਹਿਲਾਂ ਸਾਂਝੇ ਗੁਣਨਖੰਡ ਦੇਖ ਲੈਂਦੇ ਹਾਂ। ਉਹ ਹਨ 2 ਗੁਣਾ 2 ਗੁਣਾ 2 ਯਾਨੀ ਕਿ 3 ਵਾਰੀ 2 2 ਇਹ ਸਾਂਝੇ ਗੁਣਨਖੰਡ ਹਨ, ਉਹ ਲਿਖ ਲੈਂਦੇ ਹਾਂ। ਸਾਂਝੇ ਗੁਣਨਖੰਡ ਤੋਂ ਬਿਨਾਂ ਜੋ ਬਾਕੀ ਗੁਣਨਖੰਡ ਬਣ ਗਏ ਹਨ ਉਹਨਾਂ ਨੂੰ ਆਪਾਂ ਇੱਧਰ ਲਿਖ ਲੈਂਦੇ ਹਾਂ, ਯਾਨੀ ਕਿ 2 ਵਾਰੀ 2 ਅਤੇ 1 5 ਇਹ ਬਾਕੀ ਗੁਣਨਖੰਡ ਬਚ ਗਏ ਹਨ। ਇਸੇ ਪ੍ਰਕਾਰ ਆਪਾਂ ਸਾਰਿਆਂ ਨੂੰ ਗੁਣਾ ਕਰ ਲੈਂਦੇ ਹਾਂ ਤਾਂ ਆਪਣੇ ਕੋਲੇ ਲਘੁੱਤਮ ਸਮਾਵਰਤੈ ਪ੍ਰਾਪਤ ਹੋ ਜਾਵੇਗਾ। ਤਾਂ ਪਹਿਲਾਂ ਜਿਹੜੇ ਸਾਂਝੇ ਗੁਣਨਖੰਡ ਸੀ ਉਹ ਲਿਖ ਲੈਂਦੇ ਹਾਂ 3 ਵਾਰ 2 ਅਤੇ ਜੋ ਬਾਕੀ ਗੁਣਨਖੰਡ ਸਨ 2 ਵਾਰ 2 ਅਤੇ 1 5। ਇਹਨਾਂ ਸਾਰਿਆਂ ਨੂੰ ਗੁਣਾ ਕਰਨ ਉਪਰੰਤ ਆਪਣੇ ਕੋਲ 160 ਆ ਜਾਂਦਾ ਹੈ। ਤਾਂ ਇਸ ਦਾ ਲਘੁੱਤਮ ਸਮਾਵਰਤੈ 160 ਹੈ। ਅੱਗੇ ਸਵਾਲ ਨੰਬਰ 4 ਕਰ ਲੈਂਦੇ ਹਾਂ। ਹੇਠ ਲਿਖੀਆਂ ਸੰਖਿਆਵਾਂ ਦਾ ਲਘੁੱਤਮ ਸਮਾਵਰਤੈ ਭਾਗ ਵਿਧੀ ਰਾਹੀਂ ਪਤਾ ਕਰੋ। ਤਾਂ ਆਪਾਂ ਇਸ ਦਾ ਸੀ ਸਵਾਲ ਲੈ ਲੈਂਦੇ ਹਾਂ 30 45 ਅਤੇ 50। ਭਾਗ ਵਿਧੀ ਰਾਹੀਂ ਜਦੋਂ ਆਪਾਂ ਲਘੁੱਤਮ ਸਮਾਵਰਤੈ ਪਤਾ ਕਰਦੇ ਹਾਂ ਤਾਂ ਸਭ ਤੋਂ ਛੋਟੀ ਅਭਾਜ ਸੰਖਿਆ ਨਾਲ ਵੰਡਦੇ ਹਾਂ ਜੋ ਘੱਟੋ ਘੱਟ ਇੱਕ ਸੰਖਿਆ ਨੂੰ ਵੰਡ ਸਕਦੀ ਹੋਵੇ। ਜੋ ਸੰਖਿਆਵਾਂ ਨਹੀਂ ਵੰਡੀਆਂ ਜਾਂਦੀਆਂ ਉਹਨਾਂ ਨੂੰ ਉਸੇ ਤਰ੍ਹਾਂ ਹੀ ਹੇਠਾਂ ਲਿਖਿਆ ਜਾਂਦਾ ਹੈ। ਇਸ ਵੰਡ ਨੂੰ ਛੋਟੀ ਅਭਾਜ ਸੰਖਿਆ ਨਾਲ ਉਦੋਂ ਤੱਕ ਵੰਡਿਆ ਜਾਂਦਾ ਹੈ ਜਦੋਂ ਤੱਕ ਅਖੀਰਲੀ ਲਾਈਨ ਵਿੱਚ 1 ਨਾ ਆ ਜਾਵੇ। ਇਸ ਤਰ੍ਹਾਂ ਪ੍ਰਾਪਤ ਹੋਏ ਸਾਰੇ ਅਭਾਜ ਗੁਣਨਖੰਡਾਂ ਨੂੰ ਗੁਣਾ ਕਰਨ ਤੇ ਲਘੁੱਤਮ ਸਮਾਵਰਤੈ ਪ੍ਰਾਪਤ ਹੋ ਜਾਂਦਾ ਹੈ। ਤੇ ਆਓ ਕਰਦੇ ਹਾਂ ਆਪਾਂ। ਸਭ ਤੋਂ ਪਹਿਲਾਂ ਆਪਾਂ ਸਭ ਤੋਂ ਛੋਟੀ ਅਭਾਜ ਸੰਖਿਆ 2 ਨਾਲ ਇਹਨਾਂ ਨੂੰ ਵੰਡ ਲੈਂਦੇ ਹਾਂ। 2 ਨਾਲ ਵੰਡਣ ਤੇ ਆਪਣੇ ਕੋਲੇ ਜੋ 30 ਸੰਖਿਆ ਹੈ ਉਹ 15 ਆ ਜਾਂਦੀ ਹੈ ਅਤੇ 45 ਨਹੀਂ ਵੰਡਿਆ ਜਾਵੇਗਾ, ਉਸੇ ਤਰ੍ਹਾਂ ਲਿਖ ਲੈਂਦੇ ਹਾਂ। ਤਾਂ 50 ਨੂੰ 2 ਨਾਲ ਵੰਡਣ ਤੇ 25 ਆ ਜਾਂਦਾ ਹੈ। ਤਾਂ ਹੁਣ ਆਪਣੇ ਕੋਲੇ ਜੋ 3 ਸੰਖਿਆਵਾਂ ਆ ਗਈਆਂ 15 45 ਅਤੇ 25। ਤਾਂ ਇਹਨਾਂ ਨੂੰ ਆਪਾਂ 3 ਨਾਲ ਵੰਡ ਲੈਂਦੇ ਹਾਂ ਕਿਉਂਕਿ 2 ਨਾਲ ਤਾਂ ਕੋਈ ਸੰਖਿਆ ਨਹੀਂ ਵੰਡੀ ਜਾਂਦੀ। ਤਾਂ 3 ਨਾਲ ਵੰਡਣ ਤੇ 15 5 ਤੀਏ 15 5 ਆ ਜਾਏਗਾ ਅਤੇ 15 ਤੀਆ 45 15 ਆ ਜਾਏਗਾ ਅਤੇ 25 3 ਤੇ ਨਹੀਂ ਵੰਡੀ ਦਾ
ਤਾਂ ਉਸੇ ਤਰ੍ਹਾਂ ਆਪਾਂ 25 ਲਿਖ ਲੈਂਦੇ ਹਾਂ। ਤਾਂ ਆਪਣੇ ਕੋਲੇ ਹੁਣ ਤਿੰਨ ਸੰਖਿਆਵਾਂ ਆ ਗਈਆਂ ਹਨ 5, 15 ਅਤੇ 25। ਤਾਂ ਇਹਨਾਂ ਨੂੰ ਪਿਆਰੇ ਬੱਚਿਓ ਆਪਾਂ 3 ਤੇ ਫਿਰ ਵੰਡ ਲੈਂਦੇ ਹਾਂ। 5 3 ਤੇ ਨਹੀਂ ਵੰਡਿਆ ਜਾਵੇਗਾ, 5 ਉਸੇ ਤਰ੍ਹਾਂ ਲਿਖ ਲਵਾਂਗੇ। 15 3 ਤੇ ਵੰਡਿਆ ਜਾਂਦਾ ਹੈ, 5 ਤੀਏ 15, 5 ਲਿਖ ਲੈਂਦੇ ਹਾਂ। 25 3 ਤੇ ਨਹੀਂ ਵੰਡਿਆ ਜਾਂਦਾ ਤਾਂ 25 ਉਸੇ ਤਰ੍ਹਾਂ ਲਿਖ ਲੈਂਦੇ ਹਾਂ। ਅੱਗੇ ਪਿਆਰੇ ਬੱਚਿਓ ਹੁਣ ਆਪਣੇ ਕੋਲੇ ਜੋ ਤਿੰਨ ਸੰਖਿਆਵਾਂ ਆ ਗਈਆਂ ਹਨ 5 5 ਅਤੇ 25, ਤਾਂ ਇਹਨਾਂ ਨੂੰ ਆਪਾਂ 5 ਤੇ ਵੰਡ ਲੈਂਦੇ ਹਾਂ। ਤਾਂ 5 ਤੇ 5 ਨੂੰ ਵੰਡਣ ਤੇ 1 5 1 ਆ ਗਿਆ, ਫਿਰ 1 5 5 1 ਆ ਗਿਆ, ਅਤੇ 5 5 25 ਹੁੰਦਾ ਹੈ, ਉੱਥੇ 5 ਆ ਜਾਵੇਗਾ। ਤਾਂ ਆਪਣੇ ਕੋਲੇ ਹੁਣ 1 1 ਅਤੇ 5 ਤਿੰਨ ਸੰਖਿਆਵਾਂ ਆ ਗਈਆਂ। ਇਹਨਾਂ ਨੂੰ ਆਪਾਂ 5 ਤੇ ਫੇਰ ਵੰਡ ਲੈਂਦੇ ਹਾਂ। 1 ਉਸੇ ਤਰ੍ਹਾਂ ਆ ਜਾਏਗਾ, ਦੂਸਰਾ 1 ਵੀ ਉਸੇ ਤਰ੍ਹਾਂ ਆ ਜਾਏਗਾ, ਅਤੇ 5 ਨੂੰ 5 ਤੇ ਵੰਡਣ ਤੇ 1 5 5 ਹੁੰਦਾ ਹੈ, ਇੱਕ ਸੰਖਿਆ ਆ ਜਾਵੇਗੀ। ਤਾਂ ਪਿਆਰੇ ਬੱਚਿਓ 30 45 ਅਤੇ 50 ਦਾ ਲਘੁੱਤਮ ਸਮਾਂ ਵਰਤਾ ਆਪਾਂ ਪਤਾ ਕਰ ਲਿਆ ਹੈ। ਇਹ ਸਾਰੇ ਗੁਣਨਖੰਡਾਂ ਨੂੰ ਆਪਸ ਵਿੱਚ ਆਪਾਂ ਗੁਣਾ ਕਰ ਲੈਂਦੇ ਹਾਂ। 2 ਗੁਣਾ 3 ਗੁਣਾ 3 ਗੁਣਾ 5 ਗੁਣਾ 5, ਯਾਨੀ ਕਿ ਸਾਰਿਆਂ ਨੂੰ ਗੁਣਾ ਕਰਨ ਉਪਰੰਤ 450 ਆ ਜਾਂਦਾ ਹੈ। ਤਾਂ ਬੱਚਿਓ ਇਹ ਤੁਹਾਡਾ ਘਰ ਦਾ ਕੰਮ ਹੈ। ਪ੍ਰਸ਼ਨ ਨੰਬਰ 3 ਅਤੇ 4 ਦੇ ਸਾਰੇ ਸਵਾਲ ਸਾਫ਼-ਸਾਫ਼ ਕਾਪੀਆਂ ਤੇ ਨੋਟ ਕਰਨੇ ਹਨ। ਅਗਲੀ ਵੀਡੀਓ ਵਿੱਚ ਫਿਰ ਮਿਲਾਂਗੇ, ਉਦੋਂ ਤੱਕ ਬਾਏ ਬਾਏ। Rolly Polly, right. Rolly Polly, run. Tell me students, isn't it fun? Yes, action words are always a fun. They are known as doing words or verbs. So, what are you waiting for? Run and have some fun with action words or verbs. Children, verbs are action words or doing words, and they have 3 forms. These are present, past and past participle. So they are also called first form, second form and third form of the verb. Look here children, the action word is play. Children are playing. So we will frame a sentence in present. I play with my friends. So here the action word is play, or the verb used is play. Now we'll change the sentence into past. I played with my friends yesterday. So the verb is played. We have added ed. Now we'll change it into past participle, and our sentence will be I had played with my friends. My task is completed. So the verb is played. Again we added ed. So children, first form is play. It is changed to second form and third form by just adding ed, played. Now children, let's play a game and change the first form of the verb to second and third form by just adding ed. Look here, play, played. We have added ed for second and third form. Let's look at the next word, jump. Jump, jumped. Our next word is laugh. Now by adding ed, it becomes laughed for the second and the third form, laughed. Next is wash, washed for second and third form. Our next word is open. Open becomes opened in second and third form. Next is cook. Cook, cooked for second and third form, cooked. Next is rain. Rain becomes rained by just adding ed in second and third form. Rain, rained. Look here children. Here we have dance, and by adding ed we make it danced. Here e is already present, so we will add only d.
danced for second and third form of the verb. Let's revise, children, how a verb can be changed into second and third form by just adding ed. Play. Play is the present form of the verb. By adding ed, we changed it into played. It is the past form or the second form. And played into third form or the past participle. Smile, smiled, smiled. Dance, danced, danced. Cook, cooked, cooked. Jump, jumped, jumped. Wash, washed, washed. Open, opened, opened. It's time for homework. You will complete the different forms of verbs: present, past and past participle. One I have done. Rest you will complete. Keep learning. Thank you. नमस्कार प्यारे बच्चों, हिंदी की ऑनलाइन कक्षा में आप सबका स्वागत है। उम्मीद है कि आप सब अपने घरों में सुरक्षित होंगे और बहुत मन लगाकर पढ़ाई कर रहे होंगे। आज की कक्षा में हम कक्षा 5वीं के पाठ 6 ईमानदार बालक कहानी पढ़ी है ना आप सभी ने। कैसी लगी आपको कहानी? बालक गोपाल की कहानी, उसकी ईमानदारी की कहानी अच्छी लगी ना आपको? आज हम उस पाठ की वाक्य बनाओ गतिविधि करेंगे। उम्मीद है कि आप सभी करने के लिए तैयार हैं। तो आइए शुरू करते हैं। हमारा पहला शब्द है पीठ थपथपाना। बच्चों, इस तस्वीर में देखिए अध्यापक जी क्या कर रहे हैं। बिल्कुल सही, अध्यापक जी गोपाल की पीठ थपथपा रहे हैं। क्या कर रहे हैं अध्यापक जी? अध्यापक जी गोपाल की पीठ थपथपा रहे हैं। अब हम इसका वाक्य बनाएंगे। अध्यापक ने गोपाल की पीठ थपथपाई। हाँ जी, क्या वाक्य बनाया हमने? अध्यापक ने गोपाल की पीठ थपथपाई। हमारा अगला शब्द है फूट पड़ना। बच्चों, इस तस्वीर में देखिए गोपाल क्या कर रहा है। बिल्कुल सही, गोपाल अपनी अध्यापक की बात सुनकर रो रहा है। क्या कर रहा है गोपाल? गोपाल अपने अध्यापक की बात सुनकर रो रहा है। अब हम इसका वाक्य बनाएंगे। गोपाल अध्यापक को देखकर फूट पड़ा। गोपाल अध्यापक को देखकर फूट पड़ा। हमारा अगला शब्द है मंद मंद मुस्कुराना। बच्चों, इस चित्र में देखिए बच्चा क्या कर रहा है। बच्चा अध्यापक की बात सुनकर मंद मंद मुस्कुरा रहा है। उसके अध्यापक जी उसको समझा रहे हैं और बच्चा मंद मंद मुस्कुरा रहा है। अब हम इसका वाक्य बनाएंगे। बच्चा मंद मंद मुस्कुरा रहा है। बच्चा मंद मंद मुस्कुरा रहा है। हमारा अगला शब्द है रोमांचित होना। बच्चों, इस चित्र में देखिए बच्चा आपको कैसा लग रहा है। बिल्कुल सही, बच्चा खुश लग रहा है। बच्चा अपने अध्यापक की बात सुनकर रोमांचित हो गया, खुश हो गया। अब हम इसका वाक्य बनाएंगे। अध्यापक की बात सुनकर गोपाल का मन रोमांचित हो गया। क्या बनाया हमने वाक्य? अध्यापक की बात सुनकर गोपाल का मन रोमांचित हो गया। उम्मीद है कि आप सबको ये वाक्य बहुत अच्छे से समझ आ गए होंगे। अब आपने गृह कार्य में इन्हीं वाक्यों को अपनी पाठ्य पुस्तक में लिखकर इनको लिखने का अभ्यास करना है और इन्हें अच्छे से याद करना है। धन्यवाद। बहुत ही सत्कारयोग अध्यापक साहिबान ਅਤੇ ਪਿਆਰੇ ਵਿਦਿਆਰਥੀਓ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
ਹਾਂ ਬੇਟਾ, ਪੰਜਾਬੀ ਦੀ ਲਿਖਾਈ ਬਾਰੇ ਆਪਣਾ ਜਿਹੜਾ ਗੱਲਬਾਤ ਚੱਲਦੀ ਪਈ ਹੈ ਔਰ ਅੱਜ ਆਪਾਂ 8ਵੇਂ ਸੈੱਟ ਦੇ ਦੂਜੇ ਅੱਖਰ ਹਾਹਾ ਦੇ ਉੱਤੇ ਪਹੁੰਚ ਚੁੱਕੇ ਹਾਂ। ਤਾਂ ਸਾਰੇ ਬੱਚੇ ਧਿਆਨ ਦੇ ਨਾਲ ਦੇਖੋ, ਅੱਖਰ ਹਾਹਾ ਦੀ ਬਣਤਰ ਅਸੀਂ ਕਿਸ ਤਰ੍ਹਾਂ ਬਣਾਵਾਂਗੇ। 8ਵੇਂ ਸੈੱਟ ਦਾ ਦੂਜਾ ਅੱਖਰ ਹਾਹਾ। ਤਾਂ ਬੱਚੇ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ, ਉੱਪਰਲੇ ਪਾਸੇ ਜਿੰਨੀ ਅਸੀਂ ਅੱਖਰ ਦੀ ਚੌੜਾਈ ਲੈਣੀ ਅੰਦਾਜ਼ੇ ਨਾਲ ਉੱਪਰਲੀ ਰੇਖਾ ਦੇ ਉੱਤੇ ਰੇਖਾ ਖਿੱਚ ਲੈਣੀ ਆ ਅੱਖਰ ਹਾਹਾ ਦੇ ਲਈ। ਉਹਦੇ ਤੋਂ ਬਾਅਦ ਦੇ ਵਿੱਚ ਸੱਜੇ ਹੱਥ ਥੋੜੀ ਜੀ ਰੇਖਾ ਛੱਡਦੇ ਹੋਏ ਖੱਬੇ ਹੱਥ ਵਾਲੇ ਪਾਸਿਓਂ ਅਸੀਂ 90 ਡਿਗਰੀ ਦੇ ਉੱਤੇ ਥੱਲੇ ਨੂੰ ਆ ਜਾਾਂਗੇ। ਇੱਕ ਬਿੰਦੂ ਉੱਤੇ ਹੀ ਬੇਟਾ ਠਹਿਰਾਓ ਕਰ ਲਵਾਂਗੇ। ਠਹਿਰਾਓ ਕਰਕੇ ਇੱਥੋਂ ਗੁਲਾਈ ਦੇਣੀ ਸ਼ੁਰੂ ਕਰ ਦਾਂਗੇ ਬੇਟਾ। ਆਪਾਂ ਇੱਥੋਂ ਗੁਲਾਈ ਦਿੰਦੇ ਹੋਏ ਹੇਠਲੀ ਲਾਈਨ ਨਾਲ ਟੱਚ ਕਰਕੇ ਉੱਪਰਲੇ ਪਾਸੇ ਅਸੀਂ ਲਗਭਗ 45 ਡਿਗਰੀ ਤੇ ਚੱਲਾਂਗੇ ਔਰ ਇਸ ਬਿੰਦੂ ਤੇ ਬੇਟਾ ਪਹੁੰਚ ਕੇ ਇਹਦੇ ਤੋਂ 1-2 ਡਾਟ ਥੱਲੇ ਹੀ ਅਸੀਂ ਇੱਥੋਂ ਫੇਰ ਗੁਲਾਈ ਦੇਣੀ ਸ਼ੁਰੂ ਕਰ ਦਾਂਗੇ ਅੰਦਰ ਨੂੰ ਔਰ ਇੱਥੇ ਆ ਕੇ ਅਸੀਂ ਇਹਦਾ ਠਹਿਰਾਓ ਕਰ ਦਾਂਗੇ। ਔਰ ਆਹ ਪੁਆਇੰਟ ਆ ਜਿਹੜਾ ਬਸ ਅੱਧ ਨਾਲੋਂ ਵੀ ਘੱਟ ਰੱਖਣਾ ਹੈ, ਇੱਥੋਂ ਤੇ ਇੱਥੋਂ ਦੇ ਹਾਫ ਨਾਲੋਂ ਵੀ ਘੱਟ, ਜਸਟ ਅੰਦਰ ਟਰਨ ਕਰਕੇ ਅਸੀਂ ਇਹਨੂੰ ਰੋਕ ਦੇਣਾ ਆ। ਫਿਰ ਧਿਆਨ ਨਾਲ ਦੇਖ ਲਓ ਬੱਚੇ, ਅੱਖਰ ਹਾਹਾ ਦੀ ਬਣਤਰ ਅਸੀਂ ਕਿਸ ਤਰ੍ਹਾਂ ਬਣਾਉਣੀ ਆ। ਸਭ ਤੋਂ ਪਹਿਲੇ ਸਟੈਪ ਤੇ ਅਸੀਂ ਉੱਪਰਲੇ ਪਾਸੇ ਰੇਖਾ ਅੰਦਾਜ਼ੇ ਨਾਲ ਲੈ ਲਈ ਜਿੱਡੇ ਅੱਖਰ ਦੀ ਚੌੜਾਈ ਰੱਖਣੀ ਆ। ਇਹਦੇ ਤੋਂ ਬਾਅਦ ਚ ਇੱਥੋਂ 90 ਡਿਗਰੀ ਦੇ ਉੱਤੇ ਥੱਲੇ ਇੱਕ ਬਿੰਦੂ ਇੱਥੋਂ ਹੀ ਅਸੀਂ ਗੁਲਾਈ ਦੇਣੀ ਸ਼ੁਰੂ ਕਰਤੀ। ਇੱਥੋਂ ਫੇਰ ਉੱਪਰ ਪਹੁੰਚਣ ਤੋਂ ਪਹਿਲਾਂ ਇੱਥੋਂ ਫੇਰ ਬੇਟਾ ਅਸੀਂ ਆਹ ਹਲਕੀ ਜਿਹੀ ਇੱਥੋਂ ਗੁਲਾਈ ਦੇ ਕੇ ਇੱਥੇ ਜਾ ਕੇ ਅਸੀਂ ਠਹਿਰਾਓ ਕਰ ਦੇਣਾ ਔਰ ਆਹ ਸੈਂਟਰ ਲਾਈਨ ਸ਼ੋ ਕਰਦੀ ਪਈ ਵੀ ਅੱਧ ਤੋਂ ਉੱਪਰਲੇ ਪਾਸੇ ਜਾ ਕੇ ਅਸੀਂ ਇਹਦਾ ਪੁਆਇੰਟ ਦਾ ਠਹਿਰਾਓ ਕਰਨਾ ਆ। ਇਹ ਬਣ ਗਿਆ ਬੱਚੇ ਅੱਖਰ ਹਾਹਾ। ਤਾਂ ਤੁਹਾਡਾ ਘਰ ਦਾ ਹੋਮਵਰਕ ਆਪਣੀਆਂ ਜਿਹੜੀਆਂ ਵਰਕਬੁੱਕਾਂ ਦੇ ਉੱਤੇ, ਵਰਕਸ਼ੀਟਾਂ ਤੇ ਜਾਂ ਆਪਣੀਆਂ ਕਾਪੀਆਂ ਦੇ ਉੱਤੇ ਪੈਨਸਲ ਨਾਲ ਜਾਂ ਜੈਲ ਪੈਨ ਦੇ ਨਾਲ ਬੇਟਾ ਇਹਦਾ ਤੁਸੀਂ ਅਭਿਆਸ ਉਹ ਕਰ ਲੈਣਾ ਹੈ। ਕੱਲ ਆਪਾਂ 8ਵੇਂ ਸੈੱਟ ਦੇ ਆਖਰੀ ਅੱਖਰ ਜਿਹੜਾ ਹੈਗਾ ਤੁਹਾਡੇ ਕੋਲੇ ਗੱਗਾ, ਉਹਦੇ ਬਾਰੇ ਗੱਲਬਾਤ ਕਰਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ।